ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਇਕ ਸਿੱਧ ਸਾਧਕ ਬਹੁਤ ਵਿਚਾਰੀ। ਇਕ ਅਹਨਿਸ ਨਾਮ ਰਤੇ ਨਿਰੰਕਾਰੀ। ਜਿਸਨੋ ਆਪ ਮਿਲਾਏ ਸੋ ਬੂਝੈ ਭਗਤ ਭਾਏ ਭਉ ਜਾਈ ਹੈ। ਇਕ ਸਿੱਧ ਸਾਧਕ ਬਹੁਤ ਵਿਚਾਰੀ। ਇਕ ਅਹਨਿਸ ਨਾਮ ਰਤੇ ਨਿਰੰਕਾਰੀ। ਜਿਸਨੋ ਆਪ ਮਿਲਾਏ ਸੋ ਬੂਝੈ ਭਗਤ ਭਾਏ ਭਉ ਜਾਈ ਹੈ। ਇਸਨਾਨ ਦਾਨ ਕਰਹਿ ਨਹੀਂ ਬੂਝਹਿ। ਇਕ ਮਨੁਆ ਮਾਰ ਮਨੈ ਸਿਉ ਲੂਝਹਿ। ਸਾਚੈ ਸ਼ਬਦ ਰਤੇ ਇਕ ਰੰਗੀ। ਸਾਚੈ ਸ਼ਬਦ ਮਿਲਾਈ ਹੈ।
ਆਪੇ ਸਿਰਜੇ ਦੇ ਵਡਿਆਈ, ਆਪੇ ਭਾਣੈ ਦੇ ਮਿਲਾਈ, ਆਪੇ ਨਦਰ ਕਰੇ ਮਨ ਵਸਿਆ, ਮੇਰਾ ਪ੍ਰਭ ਇਉਂ ਫੁਰਮਾਈ ਹੈ। ਆਪੇ ਸਿਰਜੇ ਦੇ ਵਡਿਆਈ, ਆਪੇ ਭਾਣੈ ਦੇ ਮਿਲਾਈ, ਆਪੇ ਨਦਰ ਕਰੇ ਮਨ ਵਸਿਆ, ਮੇਰਾ ਪ੍ਰਭ ਇਉਂ ਫੁਰਮਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ ਦੀ ਵਿਚਾਰ ਦੇ ਵਿੱਚ ਆਪ ਜੀ ਨੇ 9 ਪਦਿਆਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 10ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਵਿੱਚ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਆਪਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਸਿਧ ਸਾਧਿਕ ਬਹੁਤ ਵਿਚਾਰੀ, ਇਕ ਅਹਨਿਸ ਨਾਮ ਰਤੇ ਨਿਰੰਕਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਗਿਆਸੂ ਜਨ ਸਵਾਲ ਕਰਦੇ ਹਨ। ਉਹਨਾਂ ਜਗਿਆਸੂ ਜਨਾਂ ਦੇ ਸਵਾਲਾਂ ਦਾ ਪਾਤਸ਼ਾਹ ਜੀ ਉੱਤਰ ਦਿੰਦੇ ਨੇ। ਸਤਿਗੁਰੂ ਨੂੰ ਸਵਾਲ ਕੀਤਾ ਗਿਆ ਕਿ ਪਾਤਸ਼ਾਹ ਜੀ, ਪਰਮੇਸ਼ਰ ਦੀ ਜੀਵ ਅਰਾਧਨਾ ਕਰਦੇ ਹਨ,
ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਜਾਂਦੇ ਹਨ। ਸਤਿਗੁਰੂ ਜੀ ਕੀ ਇਹਨਾਂ ਢੰਗ ਤਰੀਕਿਆਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ? ਸਤਿਗੁਰੂ ਉਹ ਕਿਹੜੇ ਕਿਹੜੇ ਸਾਧਨ ਨੇ ਜਿਹੜੇ ਜਗਤ ਦੇ ਲੋਕ ਪਰਮੇਸ਼ਰ ਨੂੰ ਖੁਸ਼ ਕਰਨ ਲਈ ਕਰਦੇ ਹਨ? ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਉੱਤਰ ਦੇਣਾ ਕੀਤਾ। ਕਹਿੰਦੇ ਇੱਕ ਐਸੇ ਨੇ ਸਿੱਧ ਪੁਰਸ਼ ਜਿਹੜੇ ਸਾਧਨਾ ਕਰਦੇ ਹਨ, 84 ਆਸਣ ਲਾਉਂਦੇ ਹਨ, ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਬੈਠ ਜਾਂਦੇ ਨੇ, ਫਿਰ ਆਪਣੀ ਮਨ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ। ਫਿਰ ਇੱਕ ਐਸੇ ਨੇ ਜਿਹੜੇ ਇੱਕ ਅਹਨਸ ਨਾਮ ਰਤੇ ਨਿਰੰਕਾਰੀ। ਅਹਨਸ ਦਾ ਅਰਥ ਹੈ ਕਿ ਦਿਨ ਤੇ ਰਾਤ, ਹਰ ਸਮੇਂ, ਜਿਨ੍ਹਾਂ ਦੇ ਬਾਅਦ ਪਾਤਸ਼ਾਹ ਕਹਿੰਦੇ ਨੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇੱਕ ਐਸੇ ਹਨ ਜਿਹੜੇ ਨਿਰੰਕਾਰ ਦੇ ਨਾਮ ਵਿੱਚ ਰਤੇ ਤਦਾਕਾਰ ਹਨ। ਕਿ ਸਤਿਗੁਰੂ ਜੀ ਫਿਰ ਇਹਨਾਂ ਲੋਕਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਨਿਰੰਕਾਰ ਦੇ ਨਾਮ ਵਿੱਚ ਰਤੇ ਤਦਾਕਾਰ ਹਨ, ਯੋਗ ਸਾਧਨਾ ਰਾਹੀਂ ਲੰਮੀਆਂ ਲੰਮੀਆਂ ਸਮਾਧੀਆਂ ਲਾਉਂਦੇ ਹਨ, ਗੁਣਾਂ ਦੀ ਵਿਚਾਰ ਕਰਦੇ ਹਨ, ਤੇ ਸਤਿਗੁਰੂ ਕੀ ਇਹਨਾਂ ਸਾਰਿਆਂ ਨੂੰ ਪਰਮੇਸ਼ਰ ਮਿਲ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜਾ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ। ਕਹਿੰਦੇ ਨੇ ਜਿਸਨੂੰ ਆਪ ਮਿਲਾਏ ਸੋ ਬੂਝੈ, ਭਗਤ ਭਾਏ ਭਉ ਜਾਈ ਹੈ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਹਨੂੰ ਉਹ ਜਿਹੜੇ ਉਸ ਮਾਲਕ ਵਾਹਿਗੁਰੂ ਨੂੰ ਭਾ ਜਾਂਦੇ, ਚੰਗੇ ਲੱਗਦੇ ਹਨ, ਜਿਨ੍ਹਾਂ ਨੂੰ ਮਾਲਕ ਕਿਰਪਾ ਕਰਕੇ ਆਪਣੇ ਨਾਲ ਆਪ ਮਿਲਾਉਂਦਾ ਨਾ, ਉਹ ਫਿਰ ਇਸ ਗੱਲ ਨੂੰ ਬੁੱਝਦੇ ਨੇ, ਜਾਣਦੇ ਹੋਰ ਕੋਈ ਨਹੀਂ ਜਾਣ ਸਕਦਾ। ਤੇ ਪਰਮੇਸ਼ਰ ਦੇ ਗੁਣਾਂ ਦੇ ਬਾਬਤ ਉਹੀ ਜਾਣਦੇ ਨੇ। ਉਹ ਹਰ ਸਮੇਂ ਆਪਣੇ ਮਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਦੇ ਹਨ, ਭਾਏ ਪ੍ਰੇਮ ਦੇ ਨਾਲ। ਉਹਨਾਂ ਦੇ ਅੰਦਰੋਂ ਫਿਰ ਮੌਤ ਦਾ ਜਿਹੜਾ ਸਹਿਮ ਹੈ, ਡਰ ਹੈ, ਉਹ ਮੁੱਕ ਜਾਂਦਾ ਹੈ। ਉਹ ਸਾਸ ਗਰਾਸ ਦਾ ਉਸ ਮਾਲਕ ਦਾ ਨਾਮ ਚਿੰਤਨ ਕਰਦੇ ਹਨ। ਹੁਣ ਦੇਖੋ, ਸਤਿਗੁਰੂ ਨੂੰ ਪੁੱਛੋ ਕਿ ਪਾਤਸ਼ਾਹ ਜੀ ਪਰਮੇਸ਼ਰ ਦੀ ਆਰਾਧਨਾ ਕਿਹੜੇ ਕਿਹੜੇ ਕਰ ਰਹੇ ਹਨ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਕਿੰਨੀਆਂ ਦੀ ਗਿਣਤੀ ਕਰੀਏ ਕਿ ਪਰਮਾਤਮਾ ਸਾਰੇ ਤੇਰੀ ਆਰਾਧਨਾ ਕਰਨ ਵਾਲੇ ਹਨ। ਭੱਟ ਸਾਹਿਬਾਨ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਭੱਟ ਜੀ ਕਹਿੰਦੇ ਹਨ ਕਿ ਪਰਮੇਸ਼ਰ ਤੈਨੂੰ ਸ਼ਿਵ ਜੀ ਵੀ ਆਰਾਧਦਾ ਹੈ, ਬ੍ਰਹਮਾ ਵਿਸ਼ਨ ਮਹੇਸ਼ ਇਤਿਆਦਿਕ 33 ਕਰੋੜ ਦੇਵਤੇ ਤੇਰੀ ਆਰਾਧਨਾ ਕਰ ਰਹੇ ਹਨ। ਭਗਤ ਜੀ ਦੇ ਇਸੇ ਪ੍ਰਕਾਰ ਪਾਤਸ਼ਾਹ ਜੀ ਵੀ ਇੱਥੇ ਫਰਮਾਨ ਕਰਦੇ ਹਨ। ਕਹਿੰਦੇ ਪਰ ਜਿਨ੍ਹਾਂ ਉੱਤੇ ਉਸ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਅਸਲ ਵਿੱਚ ਉਹੀ ਉਸ ਮਾਲਕ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਦਾ ਮਿਲਾਪ ਉਸ ਮਾਲਕ ਨਾਲ ਹੁੰਦਾ ਹੈ। ਹੁਣ ਦੇਖੋ, ਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੀ ਆਪਾਂ ਗੱਲ ਕਰੀਏ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਿਰਧ ਅਵਸਥਾ ਦੇ ਵਿੱਚ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਟਹਿਲ ਸੇਵਾ ਕੀਤੀ। ਸੇਵਾ ਤੋਂ ਪ੍ਰਸੰਨ ਹੋ ਕੇ 12 ਸਾਲ ਸੇਵਾ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਗਏ। ਸਤਿਗੁਰੂ ਜੀ ਨੇ ਬਾਬੇ ਅਮਰਦਾਸ ਜੀ ਨੂੰ ਆਪਣੀ ਗੱਦੀ ਉੱਤੇ ਬਿਠਾ ਦਿੱਤਾ ਤੇ ਤੀਸਰੇ ਗੁਰੂ ਨਾਨਕ ਦਾ ਸਰੂਪ ਬਣ ਗਏ। ਜਦੋਂ ਗੱਦੀ ਉੱਤੇ ਬੈਠੇ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਤੇ ਸਤਿਗੁਰੂ ਪਹਿਲਾਂ ਵਾਂਗ ਹੀ ਇਸੇ ਤਰ੍ਹਾਂ ਸਿਮਰਨ ਕਰਦੇ ਨੇ। ਸਮੇਂ ਸਮੇਂ ਅਨੁਸਾਰ ਵੀ ਕਈ ਵਾਰ ਲੰਗਰਾਂ ਵਿੱਚ ਜਾ ਕੇ ਸੇਵਾਵਾਂ ਕਰਨ ਲੱਗ ਪੈਂਦੇ ਹਨ। ਇੱਕ ਦਿਨ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ
ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਬੈਠੀਆਂ ਹਨ। ਸਿੱਖਾਂ ਨੇ ਕੋਲ ਬੈਠ ਕੇ ਸਤਿਗੁਰੂ ਨੂੰ ਸਵਾਲ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਇੰਨੀ ਕਠਿਨ ਤਪੱਸਿਆ ਕੀਤੀ ਹੈ, 12 ਸਾਲ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ ਤੇ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਆਪ ਜੀ ਨੂੰ ਗੱਦੀ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਜੀ ਤੋਂ ਆਪ ਜੀ ਨੂੰ ਛਤਰ ਸਿੰਘਾਸਣ ਪ੍ਰਾਪਤ ਹੋ ਗਿਆ, ਸਭ ਕੁਝ ਮਿਲ ਗਿਆ, ਫਿਰ ਤੁਹਾਨੂੰ ਇੰਨੀ ਬੰਦਗੀ ਕਰਨ ਦੀ ਕੀ ਲੋੜ ਆ? ਆਪ ਜੀ ਪਹਿਲਾਂ ਵਾਂਗ ਹੁਣ ਵੀ ਬੰਦਗੀ ਕਰੀ ਜਾ ਰਹੇ ਹੋ, ਪਰਮੇਸ਼ਰ ਦੇ ਗੁਣ ਗਾਇਨ ਕਰਦੇ ਹੋ। ਕਿਉਂਕਿ ਜਦੋਂ ਆਪਾਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਾਂਦੇ ਹਾਂ, ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਏ, ਉਸ ਚੁਬਾਰੇ ਦੇ ਵਿੱਚ ਇੱਕ ਕਿੱਲੀ ਹੈ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚੌਂਕੜਾ ਮਾਰ ਕੇ ਬੰਦਗੀ ਕਰਦੇ ਸਨ, ਥੱਕ ਜਾਂਦੇ ਸੀ, ਫਿਰ ਪਾਤਸ਼ਾਹ ਉਸ ਕਿੱਲੀ ਨੂੰ ਪਕੜ ਲੈਂਦੇ ਤੇ ਕਿੱਲੀ ਨੂੰ ਪਕੜ ਕਈ ਘੰਟੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾ, ਇੰਜ ਬੰਦਗੀ ਕਰਦੇ ਰਹਿਣਾ। ਫਿਰ ਸਿੱਖਾਂ ਨੇ ਜੋ ਸਵਾਲ ਕੀਤਾ ਕਿ ਪਾਤਸ਼ਾਹ ਤੁਹਾਨੂੰ ਕੀ ਲੋੜ ਹੈ ਕਰਨ ਦੀ, ਤੁਹਾਨੂੰ ਤਾਂ ਸਭ ਕੁਝ ਪ੍ਰਾਪਤ ਹੋ ਗਿਆ ਹੈ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦੇਣਾ ਕੀਤਾ। ਕਹਿਣ ਲੱਗੇ, ਇੱਕ ਸਫਾਈ ਵਾਲਾ ਝਾੜੂਦਾਰ ਗਲੀਆਂ ਦੇ ਵਿੱਚ, ਬਾਜ਼ਾਰਾਂ ਵਿੱਚ ਝਾੜੂ ਲਾਉਂਦਾ ਸੀ। ਨਿਤਾਪਤੀ ਝਾੜੂ ਲਾਉਣਾ, ਸਫਾਈ ਕਰਨੀ। ਉੱਥੋਂ ਇੱਕ ਸ਼ਾਹੂਕਾਰ ਕੋਲੋਂ ਦੀ ਲੰਘ ਕੇ ਗਿਆ। ਸ਼ਾਹੂਕਾਰ ਦੇ ਮਨ ਵਿੱਚ ਇਹ ਤਰਸ ਆ ਗਿਆ ਕਿ ਚਲੋ ਮੈਂ ਇਸ ਗਰੀਬ ਝਾੜੂਦਾਰ ਦੀ ਮੈਂ ਇਹਦੀ ਗਰੀਬੀ ਦੂਰ ਕਰਦੇ ਹਾਂ। ਕਹਿੰਦੇ ਉਹਨੇ ਇੱਕ ਕੀਮਤੀ ਲਾਲ ਉਸ ਰਸਤੇ ਵਿੱਚ ਰੱਖ ਦਿੱਤਾ। ਰਸਤੇ 'ਚ ਰੱਖਿਆ ਤੇ ਝਾੜੂਦਾਰ ਆਇਆ, ਉਹ ਝਾੜੂ ਲਾਉਂਦਾ ਹੋਇਆ ਅੱਗੇ ਵੱਧਦਾ ਗਿਆ। ਉਹਨੂੰ ਉਹ ਕੀਮਤੀ ਲਾਲ ਪ੍ਰਾਪਤ ਹੋਇਆ, ਉਹਨੇ ਮੱਥੇ ਨਾਲ ਲਾਇਆ ਤੇ ਆਪਣੇ ਘਰ ਚਲਿਆ ਗਿਆ। ਦੂਜੇ ਦਿਨ ਫਿਰ ਉਸ ਤਰ੍ਹਾਂ ਝਾੜੂ ਲਾ ਰਿਹਾ। ਕੁਝ ਦਿਨ ਬਤੀਤ ਹੋਏ ਨੇ। ਕੁਝ ਦਿਨਾਂ ਬਾਅਦ ਉਹ ਸ਼ਾਹੂਕਾਰ ਫਿਰ ਮਿਲਿਆ। ਉਹਨਾਂ ਦੇਖਿਆ ਇਹਨੂੰ ਮੈਂ ਕੀਮਤੀ ਲਾਲ ਦੇਣਾ ਕੀਤਾ, ਇਹ ਫਿਰ ਉਸੇ ਤਰ੍ਹਾਂ ਝਾੜੂ ਲਾ ਰਿਹਾ, ਇਹਦੀ ਹਾਲਤ ਪਹਿਲਾਂ ਵਾਲੀ ਹੈ। ਕਹਿੰਦੇ ਨੇ ਸ਼ਾਹੂਕਾਰ ਨੇ ਆਵਾਜ਼ ਮਾਰੀ, ਕਹਿਣ ਲੱਗੇ, ਐ ਭਲਿਆ ਪੁਰਸ਼ਾ, ਤੈਨੂੰ ਫਲਾਣੇ ਦਿਨ ਇੱਥੇ ਝਾੜੂ ਲਾਉਂਦਿਆਂ ਨੂੰ ਤੈਨੂੰ ਇੱਕ ਕੀਮਤੀ ਲਾਲ ਪ੍ਰਾਪਤ ਹੋਇਆ ਸੀ? ਕਹਿਣ ਲੱਗਿਆ, ਹਾਂਜੀ ਹੋਇਆ ਸੀ। ਕਿ ਉਸ ਝਾੜੂ ਦੇ ਉਸ ਲਾਲ ਦੇ ਨਾਲ ਤੇਰੀ ਗਰੀਬੀ ਦੂਰ ਨਹੀਂ ਹੋਈ? ਅੱਗੋਂ ਉਹ ਜਿਹੜਾ ਝਾੜੂਦਾਰ ਸੀ ਹੱਥ ਜੋੜ ਕੇ ਕਹਿਣ ਲੱਗਿਆ, ਐ ਸ਼ਾਹੂਕਾਰ ਜੀ, ਉਸ ਲਾਲ ਨੂੰ ਪ੍ਰਾਪਤ ਕਰਕੇ ਮੇਰੀ ਬਾਕੀ ਗਰੀਬੀ ਦੂਰ ਹੋ ਗਈ ਹੈ। ਗਰੀਬੀ ਮੇਰੀ ਦੂਰ ਹੋਈ ਹੈ, ਪਰ ਕਹਿਣ ਲੱਗੇ ਜੇ ਗਰੀਬੀ ਦੂਰ ਹੈ ਫਿਰ ਝਾੜੂ ਕੀ ਇਮਾਰਤ ਤੂੰ ਲਾਉਂਦਾ ਹੈ? ਤੇ ਕਹਿਣ ਲੱਗਿਆ, ਝਾੜੂ ਮੈਂ ਇਸ ਕਰਕੇ ਲਾ ਰਿਹਾ, ਇਹ ਝਾੜੂ ਲਾਉਣ ਕਰਕੇ ਹੀ ਮੈਨੂੰ ਇਹ ਕੀਮਤਨ ਲਾਲ ਪ੍ਰਾਪਤ ਹੋਇਆ। ਜੇ ਅੱਜ ਮੈਂ ਝਾੜੂ ਲਾਉਣਾ ਬੰਦ ਕਰਦੇ ਹਾਂ ਤੇ ਮੈਂ ਬਹੁਤ ਵੱਡਾ ਅਕਿਰਤ ਘਣ ਹੋਵਾਂਗਾ। ਇਸ ਕਰਕੇ ਮੈਂ ਕਿਰਤ ਘਣ ਨਹੀਂ ਬਣਨਾ ਏ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਜੋ ਕੁਝ ਵੀ ਅੱਜ ਮੈਨੂੰ ਪ੍ਰਾਪਤ ਹੋਇਆ ਏ, ਮੈਂ ਛਤਰ ਸਿੰਘਾਸਣ 'ਤੇ ਬੈਠਿਆ ਹਾਂ, ਇਸੇ ਹੀ ਸੇਵਾ ਸਿਮਰਨ ਦੇ ਸਦਕਾ ਬੈਠਿਆ ਹਾਂ। ਜੇ ਅੱਜ ਮੈਂ ਸੇਵਾ ਸਿਮਰਨ ਕਰਨਾ ਛੱਡ ਦਿੱਤਾ ਤੇ ਕੱਲ੍ਹ ਨੂੰ ਮੇਰੇ ਸਿੱਖ ਦੇਖਣਗੇ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਤਾਂ ਆਪ ਸੇਵਾ ਸਿਮਰਨ ਨਹੀਂ ਕਰਦੇ, ਸਾਨੂੰ ਕਹਿੰਦੇ ਹੋ ਸੇਵਾ ਕਰੋ, ਸਿਮਰਨ ਕਰੋ। ਸਤਿਗੁਰੂ ਕਹਿਣ, ਇਸ ਕਰਕੇ ਇਹ ਗੱਲ ਸਹੀ ਨਹੀਂ ਹੈ। ਤੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਖੁਦ ਆਪ ਸੇਵਾ ਤੇ ਸਿਮਰਨ ਕਰਦੇ ਰਹੇ। ਤੇ ਸਤਿਗੁਰੂ ਜੀ ਕਹਿੰਦੇ, ਪਰ ਉਹ ਇੱਕ ਐਸੇ ਨੇ ਜਿਹੜੇ ਦਿਨ ਰਾਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ, ਉਹਦੇ ਨਾਮ ਚਰਤੇ ਤਦਾਕਾਰ ਰਹਿੰਦੇ, ਮਸਤ ਰਹਿੰਦੇ ਹਨ। ਪਰ ਜਿਹਦੇ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਉਹ ਫਿਰ ਉਸ ਮਾਲਕ ਪ੍ਰਭੂ ਨੂੰ ਬੁੱਝ ਜਾਂਦਾ, ਜਾਣ ਲੈਂਦਾ ਹੈ, ਉਹਦੇ ਨਾਲ ਇੱਕਮਿਕ ਹੋ ਜਾਂਦਾ ਹੈ। ਉਹ ਫਿਰ ਪ੍ਰੇਮ ਦੇ ਸਹਿਤ ਉਸ ਮਾਲਕ ਦੀ ਪ੍ਰੇਮਾ ਭਗਤੀ ਕਰਦਾ ਹੈ, ਮਾਲਕ ਦੇ ਗੁਣਾਂ ਦਾ ਗਾਇਨ ਕਰਦਾ ਹੈ।
ਇਸ਼ਨਾਨ ਦਾਨ ਕਰਹਿ ਨਹੀਂ ਬੂਝੈ, ਇਕ ਮਨੁਆ ਮਾਰ ਮਨੈ ਸਿਉ ਲੂਝੈ। ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਕੇ ਹੀ ਬਹੁਤ ਵੱਡਾ ਪੁੰਨ ਸਮਝਦੇ ਹਨ। ਗੁਰਬਾਣੀ ਮੁਤਾਬਕ ਸਤਿਗੁਰੂ ਕਹਿੰਦੇ ਇਸ਼ਨਾਨ ਕਰਨਾ ਹੈ ਤੀਰਥਾਂ ਦੇ। ਜਿਹੜੇ ਇਹ ਤੀਰਥ ਬਣੇ ਕਿਵੇਂ ਨੇ, ਪਹਿਲਾਂ ਇਹ ਸਵਾਲ ਹੈ। ਅਸਲ ਵਿੱਚ ਪੁਰਾਤਨ ਸਮਿਆਂ ਦੇ ਵਿੱਚ ਪਾਣੀ ਦੀ ਘਾਟ ਹੁੰਦੀ ਸੀ। ਲੋਕ ਨਦੀਆਂ ਤੋਂ, ਦਰਿਆਵਾਂ ਤੋਂ, ਖੂਹਾਂ ਤੋਂ ਲੋਕਾਂ ਨੇ ਪਾਣੀ ਲਿਆਉਣਾ। ਉਹ ਪਾਣੀ ਫਿਰ ਜਲ ਜਿਹੜਾ ਘਰ ਵਿੱਚ ਵਰਤਿਆ ਜਾਂਦਾ ਸੀ। ਜਿੰਨੇ ਵੀ ਰਿਸ਼ੀ ਮੁਨੀ ਹੋਏ ਨੇ, ਤਪਸਵੀ ਲੋਕ ਹੋਏ ਨੇ, ਉਹਨਾਂ ਨੇ ਦਰਿਆਵਾਂ ਦੇ ਕਿਨਾਰਿਆਂ 'ਤੇ ਜਾ ਕੇ, ਨਦੀਆਂ ਦੇ ਕਿਨਾਰਿਆਂ 'ਤੇ ਜਾ ਕੇ ਆਪਣੇ ਡੇਰੇ ਲਾਏ। ਇੱਕ ਤਾਂ ਇਕਾਂਤਵਾਸ ਹੋਣ ਕਰਕੇ ਸਮਾਧੀ ਲਾਣੀ, ਸੁਰਤੀ ਜੋੜਨ ਵਿੱਚ ਜਿਹੜੀ ਸਹਾਇਤਾ ਪ੍ਰਾਪਤ ਹੁੰਦੀ ਹੈ। ਦੂਜਾ ਸਮੇਂ-ਸਮੇਂ ਅਨੁਸਾਰ ਇਸ਼ਨਾਨ ਕਰਨਾ, ਵਸਤਰ ਧੋਣੇ, ਸਫਾਈ ਕਰਨੀ, ਇਹਦੇ ਲਈ ਜਲ ਦੀ ਲੋੜ ਪੈਂਦੀ ਹੈ। ਅਤੇ ਉਹ ਇਹ ਕਾਰਨ ਸੀ ਜਿਸ ਕਰਕੇ ਨਦੀਆਂ ਦੇ, ਦਰਿਆਵਾਂ ਦੇ ਕਿਨਾਰਿਆਂ 'ਤੇ ਜਾ ਕੇ ਸਾਧੂ ਮਹਾਤਮਾ ਲੋਕ ਬੈਠ ਕੇ ਉੱਥੇ ਬੈਠ ਕੇ ਬੰਦਗੀ ਕਰਨ ਲੱਗ ਪਏ। ਅਤੇ ਹੌਲੀ ਹੌਲੀ ਸਮਾਂ ਲੰਘਦਾ ਗਿਆ। ਲੋਕਾਂ ਨੇ ਉਹਨਾਂ ਤੀਰਥਾਂ ਉੱਤੇ ਕੋਲ ਜਾ ਕੇ ਡੇਰੇ ਲਾਣਾ ਕੀਤੇ ਅਤੇ ਸਾਧੂ ਮਹਾਤਮਾ ਨੇ ਜਦੋਂ ਉੱਥੇ ਬੰਦਗੀ ਕੀਤੀ ਅਤੇ ਬੰਦਗੀ ਕਰਨ ਉਪਰੰਤ ਉਹਨਾਂ ਨੂੰ ਉਹ ਅਨੁਭਵ ਪ੍ਰਾਪਤ ਹੋਇਆ ਅਤੇ ਦੁਨੀਆ ਦੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਇਹ ਭਾਈ ਤੀਰਥ ਹੈ। ਉਹਨਾਂ ਨੇ ਤੀਰਥ ਇਸ ਕਰਕੇ ਆਖਿਆ ਸੀ ਕਿਉਂਕਿ ਉੱਥੇ ਬੈਠ ਕੇ ਉਹਨਾਂ ਨੂੰ ਉਹ ਅਨੁਭਵ ਪ੍ਰਾਪਤ ਹੋਇਆ ਸੀ। ਪਰਮਾਤਮਾ ਨਾਲ ਇੱਕਮਿਕ ਹੋਏ ਸਨ। ਪਰ ਦੁਨੀਆ ਦੇ ਲੋਕਾਂ ਨੇ ਜਦੋਂ ਆਖਿਆ ਕਿ ਇਹ ਤੀਰਥ ਹੈ ਅਤੇ ਦੁਨੀਆ ਦੇ ਲੋਕਾਂ ਨੇ ਗੁਰੂ ਸਵਾਰੇ ਉਹ ਤੀਰਥ 'ਚ ਇਸ਼ਨਾਨ ਕਰਨ ਲੱਗ ਪਏ। ਤਨ ਦਾ ਇਸ਼ਨਾਨ ਕਰਨ ਲੱਗ ਪਏ, ਪਰ ਮਨ ਦਾ ਇਸ਼ਨਾਨ ਕਿਸੇ ਨੇ ਨਹੀਂ ਕੀਤਾ। ਗੱਲ ਤਾਂ ਉਹਨਾਂ ਨੇ ਲੋਕਾਂ ਨੇ ਇਸ ਕਰਕੇ ਆਖਿਆ ਸੀ ਕਿ ਇਹ ਤੀਰਥ ਹੈ ਕਿਉਂਕਿ ਉੱਥੇ ਮਨ ਦਾ ਇਸ਼ਨਾਨ ਹੋ ਗਿਆ ਸੀ। ਅਤੇ ਸੰਸਾਰੀ ਲੋਕਾਂ ਨੇ ਕਹਿ ਦਿੱਤਾ ਕਿ ਇਹ ਤੀਰਥ ਉੱਤੇ ਇਸ਼ਨਾਨ ਕਰੀਏ ਸਾਡੇ ਪਾਪ ਲੱਥ ਜਾਣਗੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਤਨ ਦਾ ਇਸ਼ਨਾਨ ਤਾਂ ਤੂੰ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦਾ ਸੀ। ਜੇ ਤਨ ਦੀ ਮੈਲ ਲਾਹਣੀ ਆ ਨਾ, ਉਹ ਘਰ ਵਿੱਚ ਇਸ਼ਨਾਨ ਕੀਤਾ, ਘਰ ਵਿੱਚ ਬੈਠ ਕੇ ਤੇਰੀ ਇਸ਼ਨਾਨ ਕਰਨਾ ਮੈਲ ਲੱਥ ਸਕਦੀ ਸੀ। ਪਰ ਗੱਲ ਤਾਂ ਮਨ ਦੀ ਮੈਲ ਲਾਹਣ ਦੀ ਹੈ। ਮਨ ਦੀ ਮੈਲ ਲਾਹਣ ਦੇ ਲਈ ਤੈਨੂੰ ਇਹ ਜਲ ਦੀ ਲੋੜ ਨਹੀਂ। ਮਨ ਦੀ ਮੈਲ ਲਾਹਣ ਦੇ ਲਈ ਤੈਨੂੰ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ। ਜਪਜੀ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਹੀ ਸਤਿਗੁਰੂ ਜੀ ਦੀ 20ਵੀਂ ਪੌੜੀ ਹੈ। ਸਤਿਗੁਰੂ ਕਹਿੰਦੇ ਨੇ, ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਪੁੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਰੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਕਹਿੰਦੇ ਤੇਰੇ ਪਾਪਾਂ ਨਾਲ ਮੱਤ ਭਰੀ ਹੋਈ ਹੈ, ਕਹਿੰਦੇ ਉਹਨੂੰ ਇਹ ਸਾਬਣ ਨਾਲ ਨਹੀਂ ਧੋਤੇ ਜਾਣਿਓ, ਉਹ ਪਾਣੀ ਨਾਲ ਨਹੀਂ ਸਾਫ਼ ਹੋਣੀ ਹੈ। ਉਹਨੂੰ ਨਾਮ ਰੰਗ 'ਚ ਰੰਗ ਕੇ ਕਹਿੰਦੇ ਫਿਰ ਤੇਰੀ ਮੱਤ ਜਿਹੜੀ ਹੈ ਸ਼ੁੱਧ ਹੋਣੀ ਹੈ। ਅਸਲ ਵਿੱਚ ਤੀਰਥ ਜੀਵ ਲਈ ਉਹ ਹੈ ਜਿਹੜਾ ਜਿੱਥੇ ਗੁਰੂ ਸਰਿਓ ਮਨ ਦਾ ਇਸ਼ਨਾਨ ਹੋ ਜਾਵੇ। ਜਿਸ ਅਸਥਾਨ 'ਤੇ ਬੈਠ ਕੇ ਮਨ ਦਾ ਇਸ਼ਨਾਨ ਹੋ ਜਾਵੇ ਨਾ, ਉਹਦੇ ਲਈ ਫਿਰ ਉਹ ਤੀਰਥ ਬਣ ਗਿਆ। ਦੇਖੋ ਗੁਰੂ ਪਾਤਸ਼ਾਹ ਨੂੰ ਸਰੋਵਰ ਬਣਾਉਣ ਦੀ ਕੀ ਲੋੜ ਪਈ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਰੋਵਰ ਦੀ ਸਿਰਜਣਾ ਕੀਤੀ। ਬੌਲੀ ਸਾਹਿਬ ਸਤਿਗੁਰੂ ਨੇ ਬਣਾਇਆ। ਫਿਰ ਸਾਡੇ 5 ਸਰੋਵਰ ਨੇ ਅੰਮ੍ਰਿਤਸਰ ਦੀ ਧਰਤੀ 'ਤੇ। ਕਿਉਂ ਬਣਾਏ ਪਾਤਸ਼ਾਹ ਨੇ? ਕਾਰਨ ਕੀ ਸੀ? ਕਾਰਨ ਇਹ ਸੀ ਕਿ ਉਦੋਂ ਲੋਕ ਜਿਹੜੇ ਸਨ ਤੀਰਥਾਂ ਨਾਲ ਜੁੜੇ ਹੋਏ ਸਨ।
ਤੀਰਥ ਯਾਤਰਾਵਾਂ ਕਰਨੀਆਂ, 68 ਤੀਰਥਾਂ ਉੱਤੇ ਜਾਣਾ, ਇਸ਼ਨਾਨ ਕਰਨੇ, ਜਿਸ ਕਰਕੇ ਸਾਰੀ ਜ਼ਿੰਦਗੀ ਜਿਹੜੀ ਸੀ ਉਹ ਲੋਕਾਂ ਦੀ ਸਫ਼ਰਾਂ ਵਿੱਚ ਨਿਕਲ ਜਾਂਦੀ ਸੀ। ਤੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਤੀਰਥਾਂ ਉੱਤੇ ਇਸ਼ਨਾਨ ਕਰਨ ਲਈ ਜਾਂਦੇ ਨੇ ਨਾ, ਅਸੀਂ ਉਹ ਤੀਰਥ ਇੱਥੇ ਹੀ ਬਣਾ ਰਹੇ ਹਾਂ। ਤੁਸੀਂ ਇੱਥੇ ਜਿੱਥੇ ਤਨ ਦਾ ਇਸ਼ਨਾਨ ਵੀ ਕਰਨਾ ਹੈ, ਨਾਲ ਨਾਮ ਬਾਣੀ ਦੇ ਅਭਿਆਸ ਰਾਹੀਂ ਤੁਸੀਂ ਮਨ ਦਾ ਇਸ਼ਨਾਨ ਵੀ ਇੱਥੇ ਕਰੋ। ਹਰਿਮੰਦਰ ਸਾਹਿਬ ਆਪਾਂ ਜਾਂਦੇ ਹਾਂ, ਜਿੱਥੇ ਸਰੋਵਰ 'ਚ ਇਸ਼ਨਾਨ ਕੀਤਾ ਜਾਂਦਾ, ਉੱਥੇ ਨਾਲ ਇਲਾਹੀ ਬਾਣੀ ਦਾ ਰਸ ਪਿੰਨਾ ਕੀਰਤਨ ਨਾਲ ਹੋ ਰਿਹਾ ਹੈ। ਕੀਰਤਨ ਹੋ ਰਿਹਾ, ਸੰਗਤਾਂ ਪ੍ਰਕਰਮਾਂ ਵਿੱਚ ਬੈਠ ਕੇ ਨਾਲੇ ਇਸ਼ਨਾਨ ਕਰਦੀਆਂ, ਨਾਲੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਚੇਤੇ ਕਰਦੀਆਂ, ਨਿਰੰਕਾਰ ਨੂੰ ਚੇਤੇ ਕਰਦੀਆਂ ਹਨ। ਸਤਿਗੁਰ ਨੇ ਇਹ ਸਾਡੀ ਦੇਖਿਆ ਕਿ ਇਸ ਤਰ੍ਹਾਂ ਇਹ ਲੋਕ ਜਿਹੜੇ ਨੇ, ਨਾਲੇ ਤੀਰਥ ਇਸ਼ਨਾਨ ਵੀ ਹੋ ਜਾਵੇਗਾ, ਨਾਲੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਵੀ ਕੀਤਾ ਜਾ ਸਕੇਗਾ। ਤੇ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਇੱਕ ਐਸੇ ਨੇ ਜਿਨ੍ਹਾਂ ਨੇ ਆ ਸਾਰੀ ਜ਼ਿੰਦਗੀ ਇਸ਼ਨਾਨ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਰਹੇ, ਉੱਥੇ ਜਾ ਕੇ ਦਾਨ ਇਤਿਆਦ ਕਰਦੇ ਰਹੇ, ਪਰ ਕਹਿੰਦੇ ਉਸ ਮਾਲਕ ਨੂੰ ਫਿਰ ਵੀ ਬੂਝੈ ਜਾਣ ਨਹੀਂ ਸਕੇ। ਇਸ਼ਨਾਨ ਦਾਨ ਕਰਹਿ ਨਹੀਂ ਬੂਝੈ, ਇੱਕ ਮਨੁਆ ਮਾਰ ਮਨੈ ਸਿਉ ਲੂਝੈ। ਇੱਕ ਐਸੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਵਿਕਾਰਾਂ ਵੱਲੋਂ ਮਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਅਖੀਰ ਤੇ ਮਨਹਿ ਸਿਉ ਲੂਝੈ, ਮਨ ਵਿੱਚ ਹੀ ਲੂਝੇ ਰਹੇ, ਮਨ ਵਿੱਚ ਹੀ ਖਚਤ ਰਹੇ। ਕੋਸ਼ਿਸ਼ ਕੀਤੀ ਹੈ ਕਿ ਮਨ ਨੂੰ ਅਸੀਂ ਮਨ ਉੱਤੇ ਕੰਟਰੋਲ ਕਰ ਲਈਏ, ਮਨ ਉੱਤੇ ਕਾਬੂ ਕਰ ਲਈਏ, ਪਰ ਮਨ ਉਦੋਂ ਵੱਸ ਵਿੱਚ ਆਉਂਦਾ ਜਦੋਂ ਗੁਰੂ ਸਵਾਰੇ ਮਾਲਕ ਦੀ ਕਿਰਪਾ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ। ਗੁਰਬਾਣੀ ਵਿੱਚ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਸੇ ਮਨ ਦੇ ਪਰਥਾਏ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨ ਜਿਹੜਾ ਹੈ ਉਡਨ ਪੰਖੇਰੂ ਦੀ ਨਿਆਈ ਹੈ, ਉਡਾਰੀਆਂ ਮਾਰਦਾ ਏ। ਇੱਕ ਵਿਦਵਾਨ ਲਿਖਦਾ ਏ ਕਿ ਮਨ ਦੇ ਪਰਥਾਏ ਉਹ ਲਿਖਦਾ, ਕਹਿੰਦੇ ਮਨ ਹੈ ਸ਼ੈਤਾਨਾ ਬੇਈਮਾਨਾ, ਮਰ ਜਾ ਮਗਰੋਂ ਲੈ ਜਾ, ਨਿਤ ਸਿਆਪੇ ਤੇਰੇ ਕਰਦਾ, ਕਦੇ ਤਾਂ ਟਿਕ ਕੇ ਬਹਿ ਜਾ। ਬੜੀ ਤੈਨੂੰ ਮੈਂ ਰੋਕਣ ਦੀ ਕੋਸ਼ਿਸ਼ ਕਰਦਾ ਮਨਾ, ਪਰ ਤੂੰ ਬੜਾ ਸ਼ੈਤਾਨ ਹੈ, ਟਿਕ ਕੇ ਨਹੀਂ ਬੈਠਦਾ। ਕਈ ਵਾਰੀ ਐਸਾ ਹੁੰਦਾ ਏ, ਗੁਰੂ ਦੁਆਰੇ ਆ ਕੇ ਸਾਨੂੰ ਸੋਝੀ ਮਿਲਦੀ ਹੈ, ਗਿਆਨ ਮਿਲਦਾ ਹੈ। ਗੁਰੂ ਘਰ ਆਪਾਂ ਆਏ ਹਾਂ, ਹੁਣ ਦੇਖੋ ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਬੈਠ ਕੇ ਆਪਾਂ ਆਪਣੇ ਮਨ ਉੱਤੇ ਕੰਟਰੋਲ ਕਰਦੇ ਹਾਂ। ਕਿਵੇਂ ਕੰਟਰੋਲ? ਕੇ ਸਤਿਗੁਰ ਦੀ ਬਾਣੀ ਦਾ ਸਹਾਰਾ ਲੈ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ, ਨਿਤਨੇਮ ਕਰਕੇ, ਕਿ ਸਾਡਾ ਤਾਂ ਕਿ ਜਿਹੜਾ ਮਨ ਇੱਧਰ ਉੱਧਰ ਦੌੜਿਆ ਭੱਜਿਆ ਫਿਰਦਾ, ਇਹ ਕੰਟਰੋਲ ਵਿੱਚ ਆਏ, ਕਾਬੂ ਵਿੱਚ ਹੋ ਜਾਵੇ। ਪਰ ਕਈ ਵਾਰੀ ਐਸਾ ਵੀ ਹੁੰਦਾ ਹੈ ਗੁਰੂ ਸਵਾਰਿਓ ਕਿ ਗੁਰੂ ਘਰ ਆਉਂਦੇ ਜਿੱਥੇ ਸ਼ਰਧਾ ਭਾਵਨਾ ਰੱਖ ਕੇ ਆਪਾਂ ਸਤਿਗੁਰੂ ਨੂੰ ਸਜਦਾ ਕਰਦੇ, ਨਮਸਕਾਰਾਂ ਕਰਦੇ ਹਾਂ, ਉੱਥੇ ਕਈ ਵਾਰੀ ਗੁਰੂ ਘਰਾਂ ਦੇ ਵਿੱਚ ਚੋਰ ਅਚੱਕੇ ਵੀ ਆ ਜਾਂਦੇ ਨੇ। ਉਹ ਵੀ ਅਰਦਾਸਾਂ ਕਰਦੇ ਸਤਿਗੁਰ ਦੇ ਦਰ 'ਤੇ ਕਿ ਅੱਜ ਅਸੀਂ ਚੋਰੀ ਕਰਨੀ ਹੈ, ਕਿ ਪਾਤਸ਼ਾਹ ਸਾਡੀ ਸਹਾਇਤਾ ਕਰਨੀ। ਦੇਖੋ ਇਤਿਹਾਸ ਗਵਾਹ ਹੈ, ਇਸ ਗੱਲ ਦੀ ਗਵਾਹੀ ਦਿੰਦਾ ਇਤਿਹਾਸ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨ ਸਜੇ ਨੇ। ਦੀਵਾਨਾਂ ਦੇ ਵਿੱਚ ਇੱਕ ਚੋਰ ਆਇਆ। ਚੋਰ ਨੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਂ 3 ਚੋਰੀਆਂ ਕਰਨੀ, ਮੈਨੂੰ ਲੋੜ ਹੈ, 3 ਚੋਰੀਆਂ ਕਰਨੀਆਂ ਹਨ, ਆਪ ਜੀ ਨੇ ਮੇਰੀ ਮਦਦ ਕਰਨੀ, ਸਹਾਇਤਾ ਕਰਨੀ। ਹੁਣ ਬੇਨਤੀ ਮਨ 'ਚ ਕੀਤੀ ਸੀ, ਪਰ ਕੀਤੀ ਸੱਚੇ ਮਨੋਂ। ਉਹ ਬੇਨਤੀ ਸਤਿਗੁਰ ਦਰ 'ਤੇ ਪਹੁੰਚ ਗਈ। ਹੁਣ ਅਰਦਾਸ ਕਰਕੇ ਕਹਿੰਦੇ ਨੇ ਚੋਰੀ ਸ਼ੁਰੂ ਕਰ ਦਿੱਤੀ। ਚੋਰੀ ਸ਼ੁਰੂ ਕੀਤੀ ਹੈ। ਇੱਕ ਸਿੱਖ ਦਾ ਜਿਹੜਾ ਪੈਸੇ ਸੀ ਉਹ ਚੋਰੀ ਕੀਤੇ,
ਤੇ ਸਿੱਖ ਆਪਣੇ ਬੋਝੇ ਵਿੱਚ ਹੱਥ ਮਾਰਦਾ ਕਿ ਦੇਖਦਾ ਬੋਝਾ ਖਾਲੀ ਹੈ। ਤੇ ਸਿੱਖ ਸਤਿਗੁਰੂ ਮਹਾਰਾਜ ਦੇ ਕੋਲ ਚੱਲ ਕੇ ਆਇਆ, ਕਹਿਣ ਲੱਗਿਆ, ਪਾਤਸ਼ਾਹ ਜੀ, ਆਨੰਦਪੁਰ ਸਾਹਿਬ ਵਿਖੇ ਜਿੱਥੇ ਆਪ ਦੀਆਂ ਸੰਗਤਾਂ ਨੇ, ਸਿੱਖ ਹਨ, ਉੱਥੇ ਚੋਰ ਅਚੱਕੇ ਆ ਗਏ ਨੇ। ਸਤਿਗੁਰੂ, ਮੇਰਾ ਬੋਝਾ ਖਾਲੀ ਹੋ ਗਿਆ, ਕਿਸੇ ਨੇ ਮੇਰਾ ਪਰਸ ਚੋਰੀ ਕੀਤਾ ਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਨਹੀਂ ਬੋਲੇ, ਕਹਿਣ ਲੱਗੇ, ਸਿੰਘਾ ਬਹਿ ਜਾ। ਥੋੜਾ ਸਮਾਂ ਫੇਰ ਲੰਘਿਆ। ਥੋੜੇ ਸਮੇਂ ਬਾਅਦ ਇੱਕ ਸਿੱਖ ਹੋਰ ਆ ਗਿਆ। ਉਹਨਾਂ ਵੀ ਆ ਕੇ ਬੇਨਤੀ ਕੀਤੀ, ਪਾਤਸ਼ਾਹ ਚੋਰੀ ਹੋ ਰਹੀ ਹੈ, ਮੇਰਾ ਸਮਾਨ ਚੋਰੀ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਬਹਿ ਜਾ ਭਾਈ, ਤੂੰ ਵੀ ਬੈਠਣਾ ਕਰ। ਦੂਜਾ ਵੀ ਬੈਠ ਗਿਆ। ਫਿਰ ਸਮਾਂ ਲੰਘਿਆ। ਥੋੜੇ ਸਮੇਂ ਬਾਅਦ ਫਿਰ ਗੁਰੂ ਸਵਾਰੇ ਤੀਜਾ ਆ ਗਿਆ, ਕਹਿਣ ਲੱਗਿਆ, ਪਾਤਸ਼ਾਹ, ਆਨੰਦਪੁਰ ਸਾਹਿਬ ਦੀ ਧਰਤੀ ਤੇ ਚੋਰੀਆਂ ਹੋ ਰਹੀਆਂ ਹਨ। ਮੇਰਾ ਸਾਰਾ ਸਾਜੋ ਸਮਾਨ ਲੁੱਟ ਲਿਆ, ਖਤਮ ਹੋ ਗਿਆ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਤੂੰ ਵੀ ਭਾਈ ਬਹਿ ਜਾ, ਤੇਰੇ ਨਾਲ ਦੇ ਬੈਠੇ, ਤੂੰ ਵੀ ਨਾਲ ਬੈਠਣਾ ਕਰ। ਤਿੰਨ ਬੈਠ ਗਏ। ਹੁਣ ਸਮਾਂ ਲੰਘਿਆ। ਥੋੜੇ ਸਮੇਂ ਬਾਅਦ ਚੌਥਾ ਚੱਲ ਕੇ ਆ ਗਿਆ। ਚੌਥੇ ਨੇ ਆ ਕੇ ਸਤਿਗੁਰੂ ਨੂੰ ਨਮਸਕਾਰ ਕੀਤੀ, ਕਹਿਣ ਲੱਗਿਆ, ਪਾਤਸ਼ਾਹ ਜੀ, ਤੁਹਾਡੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਤੁਹਾਡੀਆਂ ਭੋਲੀਆਂ ਭਾਲੀਆਂ ਸੰਗਤਾਂ ਤੁਹਾਡੇ ਦਰਸ਼ਨ ਦੀਦਾਰੇ ਕਰਨੀ ਆ ਰਹੀਆਂ ਹਨ, ਉੱਥੇ ਇਸ ਧਰਤੀ ਉੱਤੇ ਚੋਰ ਅਚੱਕੇ ਆ ਗਏ ਨੇ, ਜੇ ਭੋਲੀਆਂ ਭਾਲੀਆਂ ਸੰਗਤਾਂ ਦੇ ਪੈਸੇ ਚੋਰੀ ਕਰ, ਸਾਜੋ ਸਮਾਨ ਚੋਰੀ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਥੇ ਨੂੰ ਵੀ ਆਖਿਆ, ਕਹਿਣ ਲੱਗੇ, ਭਾਈ ਤੂੰ ਵੀ ਇੱਥੇ ਬੈਠਣਾ ਕਰ। ਤੇ ਦੋ ਸਿੰਘਾਂ ਦੀ ਪਾਤਸ਼ਾਹ ਨੇ ਡਿਊਟੀ ਲਾ ਦਿੱਤੀ। ਕਹਿਣ ਲੱਗੇ, ਫਲਾਣੀ ਥਾਂ ਤੇ ਇਹੋ ਜਿਹਾ ਹੁਲੀਆ, ਇਹੋ ਜਿਹੇ ਨੇ ਵਸਤਰ ਪਹਿਨੇ ਹੋਏ ਨੇ, ਇਹੋ ਜਿਹਾ ਦਾ ਰੂਪ ਰੰਗ ਹੈ, ਉਹਨੂੰ ਪਕੜ ਕੇ ਸਾਡੇ ਕੋਲ ਲੈ ਕੇ ਆਵੋ। ਹੁਣ ਦੇਖੋ ਅੰਤਰਜਾਮਤਾ ਕਿੰਨੀ ਹੈ। ਬੇਨਤੀ ਕੀਤੀ, ਚੋਰ ਨੇ ਮਨ ਕਰਕੇ ਕਿ ਸਤਿਗੁਰੂ, ਮੈਂ ਚੋਰੀ ਕਰਨੀ, ਮੇਰੀ ਸਹਾਇਤਾ ਕਰਨੀ। ਤੇ ਸਤਿਗੁਰੂ ਮਨ ਦੀ ਇੰਨੀ ਜਾਣਦੇ ਨਾ, ਪਤਾ ਪਾਸ ਕਿਹੜੀ ਥਾਂ ਤੇ ਵਿਚਰ ਰਿਹਾ ਹੈ, ਇਹ ਅੰਤਰਜਾਮੀ ਹੈ ਪਾਤਸ਼ਾਹ ਜੀ। ਤੇ ਸਤਿਗੁਰੂ ਨੇ ਸਿੰਘ ਭੇਜ ਦਿੱਤੇ, ਕਹਿੰਦੇ ਫਲਾਣੀ ਥਾਂ ਤੇ ਸਿੰਘ ਇਹੋ ਜਿਹੇ ਹੁਲੀਏ ਵਾਲਾ ਹੈ, ਤੇ ਇਸ ਦਿਸ਼ਾ ਵੱਲੋਂ ਨਾ ਇਹ ਸਾਰੀ ਜਿੰਨੀ ਵੀ ਚੋਰੀ ਕੀਤੀ ਹੈ, ਫਲਾਣੀ ਥਾਂ ਤੇ ਸਾਜੋ ਸਮਾਨ ਰੱਖਿਆ ਹੋਇਆ ਹੈ। ਹੁਣ ਸਿੰਘ ਗਏ ਨੇ। ਸਿੰਘਾਂ ਨੇ ਜਾ ਕੇ ਪਛਾਣ ਕੀਤੀ, ਜਿਹੜੀ ਥਾਂ ਸਤਿਗੁਰੂ ਦੱਸੀ, ਥਾਂ ਟਿਕਾਣਾ ਦੱਸਿਆ ਸੀ, ਉੱਥੇ ਜਾ ਕੇ ਪਹੁੰਚੇ। ਉਹ ਚੋਰ ਨੂੰ ਪਹਿਚਾਣ ਕੇ ਸਿੰਘਾਂ ਨੇ ਦਬੋਚ ਲਿਆ। ਜਿੰਨਾ ਸਾਜੋ ਸਮਾਨ ਸੀ ਸਾਰਾ ਇਕੱਤਰ ਕੀਤਾ, ਬਰਾਮਦ ਹੋ ਗਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਕੇ ਆ ਗਏ। ਸਤਿਗੁਰੂ ਕਹਿਣ ਲੱਗੇ, ਸਿੰਘੋ ਦੱਸੋ, ਆ ਤੁਹਾਡੇ ਮਾਇਆ, ਆਪਣੀ ਆਪਣੀ ਮਾਇਆ ਪਹਿਚਾਣ ਕੇ ਲੈਣਾ ਕਰੋ। ਸਿੰਘਾਂ ਨੇ ਆਪਣੀ ਆਪਣੀ ਜਿਹੜੀ ਮਾਇਆ ਸੀ ਉਹ ਲਈ, ਸਾਜੋ ਸਮਾਨ ਆਪਣੇ ਹੱਥ ਵਿੱਚ ਕੀਤਾ। ਕਹਿਣ ਲੱਗੇ, ਹਾਂ ਭਾਈ ਦੱਸ, ਤੂੰ ਗੁਰੂ ਦੇ ਦਰ ਤੇ ਆ, ਇੱਥੇ ਆ ਕੇ ਚੋਰੀਆਂ ਕਰਦਾ ਹੈ? ਉਹ ਚੋਰ ਕਹਿਣ ਲੱਗਿਆ, ਪਾਤਸ਼ਾਹ ਮੈਨੂੰ ਬੜੀ ਲੋੜ ਸੀ, ਮੈਂ ਚੋਰੀ ਐਵੇਂ ਨਹੀਂ ਕੀਤੀ, ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ। ਮੈਂ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਚੋਰੀ ਕਰਨੀ ਹੈ, ਮੇਰੀ ਮਦਦ ਕਰਨੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕਿੰਨੀਆਂ ਚੋਰੀਆਂ ਦੀ ਤੁਸੀਂ ਬੇਨਤੀ ਕੀ ਸਾਡੇ ਕੋਲ? ਕਹਿਣ ਲੱਗਿਆ, ਪਾਤਸ਼ਾਹ 3 ਚੋਰੀਆਂ। ਸਤਿਗੁਰੂ ਕਹਿਣ ਲੱਗੇ, 3 ਚੋਰੀਆਂ ਕੀਤੀਆਂ, ਅਸੀਂ ਤੈਨੂੰ ਕੁਝ ਨਹੀਂ ਆਖਣਾ ਕੀਤਾ, ਪਰ ਚੌਥੀ ਚੋਰੀ ਜਿਹੜੀ ਸੀ ਉਹ ਤਾਂ ਕੀਤੀ ਹੈ, ਸਾਡੇ ਕੋਲ ਅਰਦਾਸ ਬੇਨਤੀ ਨਹੀਂ ਕੀਤੀ ਸੀ, ਜਿਸ ਕਰਕੇ ਤੂੰ ਸਜ਼ਾ ਦਾ ਅਧਿਕਾਰੀ, ਤੈਨੂੰ ਦੱਸ ਕੀ ਸਜ਼ਾ ਦੇਣੀ ਕਰੀਏ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਮਝਾਇਆ। ਕਹਿਣ ਲੱਗੇ, ਇੱਥੇ ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਜੋ ਕੁਝ ਆਪਾਂ ਮੰਗ ਲਈਏ ਉਹ ਪ੍ਰਾਪਤ ਹੋ ਜਾਂਦਾ ਹੈ। ਇਹ ਹੁਣ ਮੰਗਣ ਵਾਲੇ ਦੀ ਅਵਸਥਾ ਕੀ ਮੰਗਦਾ ਹੈ? ਆਪਾਂ ਮੰਗਦੇ ਨਾ ਸਭ ਕੁਝ ਝੋਲੀ ਅੜਦੇ ਹਾਂ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਕਹਿੰਦੇ ਆ ਕਿ ਹਮ ਅੰਧਲੇ ਅੰਧ ਬਿਖ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ,
सतगुर दया करे सुख दाता, हम लावै आपन पाली। गुर सिख मीत चलो गुर चाली, जो गुर कहै सोई भल मानो, हर हर कथा निराली। ये साडी मंग इस तरह की होनी चाहिए है। पर सतगुर जो तै मंगिया, सतगुरु कहते परा लब्ध अनुसार, जो तेरे कर्मां विच लिखिया होया जी तैनूं मिल जाना सी। तू साडे दर ते चल के भी आया, पर इत्थे चोरी दी आस रखी है, चोरी मंगी साडे पास। जिहड़ा काम असीं अपने सिखां नूं कहा होया कि इहो जिहा काम अपनी जिंदगी 'च कदे नहीं करना, कहते ਉਹ ਤਾਂ ਆ ਕੇ ਆਸ ਰੱਖੀ, ਅਸੀਂ ਤੇਰੀ ਉਹ ਵੀ ਭਾਵਨਾ ਪੂਰੀ ਕੀਤੀ ਕਿ ਚਲੋ ਕੋਈ ਗੱਲ ਨਹੀਂ, ਫਿਰ ਵੀ ਗੁਰੂ ਨਾਨਕ ਦੇ ਘਰ ਚੱਲ ਕੇ ਆਇਆ ਹੈ। ਤੇ ਸਤਿਗੁਰੂ ਕਹਿਣ ਲੱਗੇ ਹੁਣ ਚੌਥੀ ਚੋਰੀ ਕੀਤੀ ਹੈ, ਇਹਦੀ ਸਜ਼ਾ ਤੈਨੂੰ ਮਿਲੇਗੀ। ਸਜ਼ਾ ਇਹ ਹੈ ਕਿ ਤੂੰ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲਿਆ ਜਾ। ਦੇਸ਼ ਨਕਾਲਾ ਤੈਨੂੰ ਦਿੱਤਾ, ਇੱਥੇ ਤੁਹਾਨੂੰ ਦਿਖਾਈ ਨਹੀਂ ਦੇਣਾ ਚਾਹੀਦਾ। ਜੇ ਇੱਥੇ ਦੁਆਰਾ ਦਿਖਾਈ ਦਿੱਤਾ ਫਿਰ ਤੈਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ, ਫਿਰ ਤੂੰ ਆਪ ਉਹਦਾ ਹੱਕਦਾਰ ਹੋਵੇਗਾ। ਤੇ ਉਸ ਚੋਰ ਨੇ ਸਤਿਗੁਰੂ ਕਲਗੀਆਂ ਵਾਲੇ ਪਾਤ ਚਰਨਾਂ ਮੱਥਾ ਟੇਕਿਆ, ਡਰਦਾ ਹੋਇਆ ਉਸੇ ਸਮੇਂ ਆਨੰਦਪੁਰ ਸਾਹਿਬ ਦੀ ਹੱਦ ਛੱਡ ਕੇ ਚਲਿਆ ਗਿਆ ਸੀ ਆਨੰਦਪੁਰ ਸਾਹਿਬ ਨੂੰ। ਸੋ ਕਹਿਣ ਦਾ ਆਪਾਂ ਗੁਰੂ ਨਾਨਕ ਦਾ ਘਰ ਤਾਂ ਐਸਾ ਏ, ਜੋ ਕੁਝ ਮੰਗ ਲਈਏ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਪਰ ਮੰਗਣ ਦੀ ਗੁਰੂ ਸਵਾਰੇ ਦਾਤ ਹੋਣੀ ਚਾਹੀਦੀ। ਹੁਣ ਦੇਖੋ ਜਿਹੜੀਆਂ ਸੰਗਤਾਂ ਆਈਆਂ ਸਨ ਉਹ ਵੀ ਸਤਿਗੁਰ ਦੇ ਦਰ 'ਤੇ ਪਹੁੰਚੀਆਂ ਸੀ, ਅਤੇ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਕਿ ਪਾਤਸ਼ਾਹ ਸਾਡਾ ਮਨ ਇੱਧਰ ਦੌੜਿਆ ਭੱਜਿਆ ਫਿਰਦਾ ਹੈ, ਮਨ ਕੇਂਦਰਿਤ ਹੋ ਜਾਵੇ। ਪਰ ਇੱਕ ਐਸੇ ਵੀ ਆਏ ਜਿਨ੍ਹਾਂ ਨੇ ਸਤਿਗੁਰ ਦੇ ਪਦਾਰਥਵਾਦੀ ਸੋਚ ਹੋਣ ਕਰਕੇ ਉਹ ਪਦਾਰਥ ਹੀ ਮੰਗਦੇ ਰਹੇ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਇੱਕ ਐਸੇ ਨੇ ਜਿਹੜੇ ਆਪਣੇ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਮਾਰ ਰਹੇ ਨੇ, ਕੰਟਰੋਲ ਕਰਦੇ ਹਨ, ਬੜੀ ਕੋਸ਼ਿਸ਼ ਕਰਦੇ, ਦਿਨ ਰਾਤ ਇੱਕ ਕਰ ਦਿੰਦੇ ਨੇ, ਪਰ ਹਾਲਤ ਕੈਸੀ ਹੋ ਜਾਂਦੀ ਹੈ, ਮਨਹਿ ਸਿਉ ਲੂਝੈ। ਕਹਿੰਦੇ ਮਨ ਫਿਰ ਵੀ ਕੰਟਰੋਲ ਨਹੀਂ ਹੁੰਦਾ, ਮਨ ਉੱਤੇ ਕਾਬੂ ਨਹੀਂ ਹੁੰਦਾ। ਕਹਿੰਦੇ ਫਿਰ ਦੁਬਾਰਾ ਕਹਿੰਦੇ ਮਨ ਵਿੱਚ ਹੀ ਰੁੱਝਿਆ ਰਹਿੰਦਾ ਹੈ, ਇਸੇ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਅਤੇ ਸਤਿਗੁਰੂ ਫਿਰ ਮਨ ਉੱਤੇ ਕੰਟਰੋਲ ਕਿਵੇਂ ਹੋ ਸਕਦਾ ਹੈ। ਅਤੇ ਗੁਰੂ ਪਾਤਸ਼ਾਹ ਮਹਾਰਾਜ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਸਾਚੈ ਸ਼ਬਦ ਰਤੇ ਇਕ ਰੰਗੀ, ਸਾਚੈ ਸ਼ਬਦ ਮਿਲਾਈ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਜੇ ਤੂੰ ਚਾਹੁੰਦਾ ਨਾ ਸਿੱਖਾ ਆਪਣਾ ਮਨ ਨੂੰ ਉਸ ਮਾਲਕ ਦੇ ਵਿੱਚ ਅਭੇਦ ਕਰਨਾ, ਲੀਨ ਕਰਨਾ, ਮਨ ਉੱਤੇ ਕੰਟਰੋਲ ਕਰਨਾ, ਕਹਿੰਦੇ ਤੂੰ ਸੱਚੇ ਸ਼ਬਦ ਨਾਲ ਜੁੜਨਾ ਕਰ, ਗੁਰੂ ਦੇ ਸ਼ਬਦ ਨਾਲ ਜੁੜ। ਸ਼ਬਦ ਨਾਲ ਜੁੜੇਗਾ ਤੇ ਇੱਕ ਰੰਗ ਵਿੱਚ ਫਿਰ ਆਪਣੇ ਮਨ ਨੂੰ ਰੰਗ ਲਵੇਗਾ, ਕਿਉਂਕਿ ਇਹ ਸ਼ਬਦ ਹੀ ਇੱਕ ਐਸਾ ਹੈ ਜਿਹੜਾ ਤੈਨੂੰ ਉਸ ਮਾਲਕ ਨਾਲ ਮਿਲਾਉਣ ਵਾਲਾ ਹੈ, ਸੱਚ ਨਾਲ ਮਿਲਾਉਣ ਵਾਲਾ ਹੈ। ਸ਼ਬਦ ਕੀ ਹੈ? ਸ਼ਬਦ ਬ੍ਰਹਮ ਹੈ। ਆਪਾਂ ਆਮ ਤੌਰ 'ਤੇ ਉਸ ਪਰਮੇਸ਼ਰ ਨੂੰ ਬ੍ਰਹਮ ਆਖਦੇ ਹਾਂ ਕਿ ਪਰਮੇਸ਼ਰ ਬ੍ਰਹਮ ਹੈ, ਪਰਮੇਸ਼ਰ ਨਿਰੰਕਾਰ ਹੈ, ਪਰਮੇਸ਼ਰ ਅਕਾਲ ਪੁਰਖ ਹੈ। ਇਹ ਸਾਰੇ ਉਹਦੇ ਨਾਮ ਨੇ ਨਾ। ਅਤੇ ਜਿਹੜੀ ਗੁਰੂ ਦਾ ਸ਼ਬਦ ਹੈ, ਗੁਰਬਾਣੀ ਹੈ, ਗੁਰਬਾਣੀ ਅਸਲ ਵਿੱਚ ਗੁਰੂ ਸਰੇ ਇਹ ਬ੍ਰਹਮ ਹੈ, ਅਕਾਲ ਪੁਰਖ ਦੀ ਬਾਣੀ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਜਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਬਾਣੀ ਉਚਾਰਨ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਜੀ ਨੂੰ ਕਦੇ ਇਹ ਨਹੀਂ ਆਖਿਆ ਕਿ ਮਰਦਾਨੇ ਆ ਰਬਾਬ ਵਜਾ, ਮੈਂ ਬਾਣੀ ਉਚਾਰਨ ਕਰਨ ਲੱਗਿਆ ਹਾਂ। ਜਨਮ ਸਾਖੀਆਂ ਪੜ੍ਹ ਲਈਏ, ਇਤਿਹਾਸ ਕਰਨ ਲਿਖੀਆਂ ਹੋਈਆਂ ਆਪਾਂ ਕਿਤਾਬਾਂ ਗੁਰੂ ਨਾਨਕ ਪਾਸ ਜੀਵਨ ਸੰਬੰਧੀ ਪੜ੍ਹ ਕੇ ਦੇਖੀਏ, ਸਾਰਿਆਂ ਵਿੱਚ ਇਹੀ ਲਿਖਿਆ ਹੋਇਆ ਜਦੋਂ ਬਾਣੀ ਉਚਾਰਨ ਕਰਦੇ ਪਾਤਸ਼ਾਹ ਤੇ ਉਦੋਂ ਕਹਿੰਦੇ ਨੇ ਕਿ ਭਾਈ ਮਰਦਾਨੇ ਨੂੰ ਕਿ ਬਾਣੀ ਆਈ ਹੈ।
ਬਾਣੀ ਆਈ ਹੈ। ਕਿੱਥੋਂ ਆਈ ਹੈ? ਧੁਰੋਂ ਦਰਗਾਹੋਂ ਆਈ ਹੈ। ਹੁਣ ਬਾਣੀ ਕੀ ਹੈ? ਬਾਣੀ ਫਿਰ ਨਿਰੰਕਾਰ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਬਾਣੀ ਕੀ ਹੈ? ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇੱਥੋਂ ਤੱਕ ਪਾਤਸ਼ਾਹ ਨੇ ਬਚਨ ਕਰ ਦਿੱਤੇ, ਕਹਿੰਦੇ ਨੇ ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਕਿ ਮੈਂ ਨਹੀਂ ਬੋਲਣਾ ਜਾਣਦਾ, ਜੋ ਕੁਝ ਵੀ ਮੈਂ ਬੋਲ ਰਿਹਾ ਜੀਭਾ ਮੇਰੀ ਹੈ ਤੇ ਮਾਲਕ ਦੀ ਬਾਣੀ ਹੈ, ਮੇਰੀ ਰਸਨਾ ਦੇ ਰਾਹੀਂ ਸੰਸਾਰ ਵਿੱਚ ਆ ਰਹੀ ਹੈ। ਇਸ ਕਰਕੇ ਬਾਣੀ ਜਿਹੜੀ ਹੈ, ਬਾਣੀ ਹੀ ਬ੍ਰਹਮ ਹੈ। ਜਿੰਨਾ ਅਸੀਂ ਸ਼ਬਦ ਨਾਲ ਜੁੜ ਜਾਵਾਂਗੇ, ਆਪਣੇ ਮਨ ਨੂੰ ਸ਼ਬਦ 'ਚ ਖਬੋ ਲਵਾਂਗੇ, ਤੇ ਉਨੀ ਸਾਡੀ ਗੁਰੂ ਸਾਹਿਬਾਨ ਨਾਲ ਤੇ ਪਰਮੇਸ਼ਰ ਨਾਲ ਨੇੜਤਾ ਵੱਧ ਜਾਵੇਗੀ। ਜਿਹੜੀ ਬਿੱਥ ਪੈਦਾ ਹੋਈ ਨਾ, ਬਿੱਥ, ਇਹ ਬਿੱਥ ਹੌਲੀ ਹੌਲੀ ਫਿਰ ਖਤਮ ਹੋਵੇਗੀ। ਜਿੰਨਾ ਅਸੀਂ ਬਾਣੀ ਦੇ ਨੇੜੇ ਹੋਵਾਂਗੇ, ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ, ਉਨਾ ਹੀ ਗੁਰੂ ਸਵਾਰੇ ਸਾਨੂੰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਮਾਣ ਸਨਮਾਨ ਪ੍ਰਾਪਤ ਹੋਵੇਗਾ। ਹੁਣ ਬਾਣੀ ਦਾ ਸਤਿਕਾਰ ਆਪਾਂ ਕਿਵੇਂ ਕਰਨਾ ਹੈ? ਆਮ ਤੌਰ 'ਤੇ ਆਪਾਂ ਘਰਾਂ ਵਿੱਚ ਦੇਖਦੇ ਹਾਂ, ਹਰ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਦੇ ਘਰਾਂ ਵਿੱਚ ਗੁਰਬਾਣੀ ਦੇ ਗੁਟਕੇ ਨੇ, ਗੁਰਬਾਣੀ ਦੀਆਂ ਪੋਥੀਆਂ ਪਈਆਂ ਹੋਈਆਂ ਨੇ। ਸਭ ਤੋਂ ਵੱਡਾ ਖਜ਼ਾਨਾ ਅਸਲ ਵਿੱਚ ਇਹੀ ਹੈ। ਪੁਰਾਤਨ ਜਿਹੜੇ ਗੁਰਸਿੱਖ ਹੁੰਦੇ ਸਨ, ਉਹ ਪੋਥੀਆਂ ਨੂੰ, ਗੁਰਬਾਣੀ ਦੀ ਪੋਥੀਆਂ ਨੂੰ ਬੜੇ ਸਾਂਭ ਕੇ ਰੱਖਦੇ ਹੁੰਦੇ ਸਨ। ਅਜੋਕਾ ਸਮਾਂ ਇਹੋ ਜਿਹਾ ਆ ਚੁੱਕਾ ਹੈ ਕਿ ਆਪਾਂ ਬਾਣੀ ਜਿਹੜੀ ਪੜ੍ਹਨੀ ਘੱਟ ਕਰ ਦਿੱਤੀ ਹੈ, ਜਿਸ ਕਰਕੇ ਅੱਗੇ ਸਾਡੇ ਬੱਚੇ ਹੁੰਦੇ ਨੇ, ਬੱਚੇ ਫਿਰ ਉਹ ਜਿੰਨੇ ਵੀ ਗੁਰੂ ਘਰ ਵਿੱਚ ਜਿੰਨੇ ਵੀ ਗੁਟਕੇ ਹੁੰਦੇ ਨੇ ਜਾਂ ਪੋਥੀਆਂ ਹੁੰਦੀਆਂ, ਧਾਰਮਿਕ ਲਿਟਰੇਚਰ ਹੁੰਦਾ, ਉਹਨੂੰ ਇਕੱਠੇ ਕਰਕੇ ਪੰਡ ਬਣਾ ਕੇ ਉਹ ਗੁਰਦੁਆਰਿਆਂ ਵਿੱਚ ਜਮ੍ਹਾਂ ਕਰਾ ਦਿੰਦੇ ਨੇ ਕਿ ਸਾਡੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਹੈ, ਇਹਦੀ ਬੇਅਦਬੀ ਹੋ ਰਹੀ ਹੈ। ਇਸ ਕਰਕੇ ਉਹ ਗੁਰੂ ਘਰਾਂ ਵਿਖੇ ਉਹਨੂੰ ਪੋਥੀਆਂ ਨੂੰ ਪਹੁੰਚਾ ਦਿੰਦੇ ਹਨ। ਖਜ਼ਾਨੇ ਨੂੰ ਆਪਾਂ ਆਪਣੇ ਅਸਲੀ ਜਿਹੜਾ ਖਜ਼ਾਨਾ ਹੈ, ਉਸ ਖਜ਼ਾਨੇ ਨੂੰ ਆਪਾਂ ਆਪਣੇ ਘਰਾਂ ਵਿੱਚੋਂ ਕੱਢ ਰਹੇ ਹਾਂ। ਦੇਖੋ, ਇੱਕ ਕਿਤਾਬ ਘਰ ਵਿੱਚ ਪਈ ਹੋਈ ਹੈ, 100 ਪੰਨੇ ਨੇ ਕਿਤਾਬ ਦੇ। ਜੇ ਆਪਾਂ 2-2, 5-5 ਪੇਜ ਵੀ ਰੋਜ਼ਾਨਾ ਪੜ੍ਹੀਏ ਨਾ, ਤੇ ਗੁਰੂ ਸਵਾਰਿਓ ਉਹ ਕਿਤਾਬ ਪੜ੍ਹੀ ਜਾ ਸਕਦੀ ਹੈ। ਪਰ ਜੇ ਕੋਸ਼ਿਸ਼ ਕਰਾਂਗੇ, ਇਸੇ ਤਰ੍ਹਾਂ ਗੁਰਬਾਣੀ ਦੀਆਂ ਪੋਥੀਆਂ ਪਈਆਂ ਨੇ, ਜੇ ਆਪਾਂ 4-4, 5-5 ਅੰਕ ਰੋਜ਼ਾਨਾ ਕਰੀਏ, 10-15 ਮਿੰਟ ਲੱਗਣਗੇ। ਇੰਨਾ ਸਮਾਂ ਤਾਂ ਆਪਾਂ ਕੱਢ ਸਕਦੇ ਹਾਂ ਨਾ। ਇੰਨਾ ਸਮਾਂ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰ ਦਈਏ ਤੇ ਸੱਚ ਜਾਣਿਓ, ਸਾਨੂੰ ਗੁਰਬਾਣੀ ਵਿੱਚੋਂ ਜੋ ਸਾਡੇ ਗੁਰੂ ਪਾਤਸ਼ਾਹ ਕਹਿ ਰਹੇ ਨੇ, ਸਾਨੂੰ ਦੀਦਾਰ ਹੋ ਜਾਣਗੇ। ਅਸੀਂ ਸਾਡੇ ਜੀਵਨ 'ਚ ਪਲਟਾ ਵੱਜੇਗਾ। ਦੂਜੀ ਗੱਲ ਇਹ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਜਿਨ੍ਹਾਂ ਦੇ ਘਰਾਂ ਵਿੱਚ ਪਈਆਂ ਹੋਈਆਂ ਨੇ ਨਾ, ਆਮ ਤੌਰ 'ਤੇ ਉਹਨਾਂ ਗੁਰਬਾਣੀ ਦੀਆਂ ਪੋਥੀਆਂ ਨੂੰ ਨੀਵੇਂ ਥਾਂ 'ਤੇ ਰੱਖਿਆ ਜਾਂਦਾ। ਸਤਿਕਾਰ ਵਜੋਂ ਉਸ ਥਾਂ, ਉੱਚੀ ਥਾਂ 'ਤੇ ਰੱਖਣਾ ਚਾਹੀਦਾ ਜਿੱਥੇ ਪਹਿਲੀ ਗੱਲ ਸਾਡੇ ਬੱਚਿਆਂ ਦਾ ਹੱਥ ਨਾ ਪਹੁੰਚੇ। ਜਿਹੜੇ ਛੋਟੇ ਬੱਚੇ ਨੇ ਨਾ, ਜਿਹੜੇ ਜੂਠੇ ਮਿੱਠੇ ਹੱਥ ਨਾ ਲੱਗਣ। ਪੁਰਾਣੇ ਸਿੰਘਾਂ ਦਾ ਜੀਵਨ ਪੜ੍ਹ ਕੇ ਦੇਖੋ, ਜਦੋਂ ਉਹ ਗੁਰਬਾਣੀ ਦੇ ਗੁੜ ਕੇ ਪੋਥੀਆਂ ਰੱਖਦੇ, ਸਿਰਹਾਣੇ ਵਾਲੇ ਪਾਸੇ ਰੱਖਣਾ ਉਹਨੇ। ਸਿਰਹਾਣੇ ਵਾਲੇ ਪਾਸੇ ਗੁਰਬਾਣੀ ਦੀਆਂ ਗੁੜ ਕੇ ਪੋਥੀਆਂ ਰੱਖ ਦੇਣੀਆਂ। ਜਦੋਂ ਬਾਣੀ ਪੜ੍ਹਨੀ ਨਾ, ਮੁੱਖ ਵੀ ਬੈੱਡ ਉੱਤੇ ਬੈਠਣਾ ਜਾਂ ਪਲੰਘ ਉੱਤੇ ਬੈਠਣਾ, ਸਿਰਹਾਣੇ ਵਾਲੇ ਪਾਸੇ ਨੂੰ ਮੁੱਖ ਕਰਨਾ ਹੈ। ਬੜੇ ਸਤਿਕਾਰ ਨਾਲ ਫਿਰ ਬਾਣੀ ਪੜ੍ਹਦੇ ਸਨ। ਜਿੰਨਾ ਅਸੀਂ ਇਸ ਬਾਣੀ ਦਾ ਸਤਿਕਾਰ ਕਰਾਂਗੇ ਤੇ ਉਨਾ ਗੁਰੂ ਸਰ ਸੰਸਾਰ ਵਿੱਚ ਸਾਡਾ ਸਮਾਨ ਸਨਮਾਨ ਵੱਧਦਾ ਜਾਵੇਗਾ। ਜਿੰਨਾ ਅਸੀਂ ਗੁਰਬਾਣੀ ਦਾ ਨਿਰਾਦਰ ਕਰਾਂਗੇ, ਉਨਾ ਹੀ ਸਾਡੀ ਜਿਹੜੀ ਬਿੱਥ ਹੈ ਗੁਰੂ ਨਾਲ ਦਿਨ ਦਿਨ ਹੋਰ ਵੱਧਦੀ ਜਾਵੇਗੀ। ਇਸ ਕਰਕੇ ਸ਼ਬਦ ਜਿਹੜਾ ਹੈ, ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਨਿਰੰਕਾਰ ਹੈ। ਤੇ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਸੱਚ ਹੈ ਸ਼ਬਦ ਰਤੇ ਇੱਕ ਰੰਗੀ।
ਕਹਿੰਦੇ ਇੱਕ ਐਸੇ ਨੇ ਜਿਨ੍ਹਾਂ ਉੱਤੇ ਮਾਲਕ ਦੀ ਬਖਸ਼ਿਸ਼ ਹੋਈ ਹੈ, ਸੱਚੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ ਰੱਤੇ ਤਦਾ ਕਾਰਨ ਇੱਕ ਰੰਗ ਦੇ ਵਿੱਚ ਸਾਚਾ ਸ਼ਬਦ ਮਿਲਾਈ ਹੈ। ਇਹ ਸੱਚਾ ਸ਼ਬਦ ਹੀ ਕਹਿੰਦੇ ਪਰਮੇਸ਼ਰ ਨਾਲ ਉਹਨਾਂ ਜੀਵਾਂ ਨੂੰ ਮਿਲਾਈ ਹੈ, ਮਿਲਾਉਣ ਵਾਲਾ ਹੈ। ਆਪੇ ਸਿਰਜੇ ਦੇ ਵਡਿਆਈ, ਆਪੇ ਭਾਣੈ ਦੇ ਮਿਲਾਈ। ਹੁਣ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ, ਕਹਿੰਦੇ ਜੀਵ ਦੇ ਵੱਸ ਦੀ ਗੱਲ ਨਹੀਂ ਅਸਲ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ। ਆਪ ਹੀ ਜੀਵਾਂ ਨੂੰ ਸਿਰਜਦਾ ਪਰਮਾਤਮਾ, ਤੇ ਆਪ ਹੀ ਜੀਵਾਂ ਨੂੰ ਸਿਰਜ ਕੇ ਫਿਰ ਵਡਿਆਈ ਮਾਣ ਸਨਮਾਨ ਦਿੰਦਾ ਹੈ। ਹੁਣ ਆਪਾਂ ਗੱਲ ਕਰੀਏ ਗੁਰੂ ਘਰ ਦੀ। ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜੇ ਸਤਿਗੁਰ ਦੇ ਪਰਿਵਾਰ ਦੀ ਗੱਲ ਕਰੀਏ ਨਾ, ਤੇ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਦਾ ਜਨਮ ਤਾਂ ਗੁਰੂ ਘਰ ਦੇ ਵਿੱਚ, ਗੁਰੂ ਕੁਲ ਦੇ ਵਿੱਚ ਹੋਇਆ, ਪਰ ਕਰਮਾਂ ਕਰਕੇ ਗੁਰੂ ਸਵਾਰਿਓ ਉਹ ਗੁਰੂ ਨਾਲੋਂ ਨਾਤਾ ਸਦੀਵੀ ਕਾਲ ਹੀ ਟੁੱਟ ਗਿਆ। ਜੇ ਪ੍ਰਿਥੀ ਚੰਦ ਦੀ ਆਪਾਂ ਗੱਲ ਕਰੀਏ, ਗੁਰੂ ਅਰਜਨ ਦੇ ਮਹਾਰਾਜ ਦਾ ਭਰਾ, ਵੱਡਾ ਭਰਾਤਾ, ਬੀਬੀ ਭਾਨੀ ਦਾ ਜਾਇਆ, ਗੁਰੂ ਰਾਮਦਾਸ ਪਾਤਸ਼ਾਹ ਸਪੁੱਤਰ। ਪਰ ਪ੍ਰਿਥੀ ਚੰਦ ਦੇ ਕਰਮਾਂ ਕਰਕੇ, ਜਿਹੜੇ ਉਹਨੇ ਕਰਮ ਕੀਤੇ ਨੇ ਮਾੜੇ ਕਰਮ, ਜਿੱਥੇ ਇੱਥੋਂ ਤੱਕ ਆਪਣੇ ਭਤੀਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਖਤਮ ਕਰਨ ਲਈ ਤੁਲਿਆ ਹੋਇਆ ਸੀ। ਕੋਸ਼ਿਸ਼ਾਂ ਕੀਤੀਆਂ, ਬਾਰ-ਬਾਰ ਹਮਲੇ ਕੀਤੇ, ਹਰ ਹਮਲੇ ਵਿੱਚ ਸਾਹਿਬਜ਼ਾਦਾ ਬਚੇ ਨੇ। ਪਰ ਪ੍ਰਿਥੀ ਚੰਦ ਨੂੰ ਫਿਰ ਖਿਤਾਬ ਕੀ ਮਿਲਿਆ? ਅੱਜ ਆਪਾਂ ਕੀ ਆਖਦੇ ਹਾਂ? ਮੀਣੇ। ਸਾਨੂੰ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ ਖੰਡੇ ਬਾਟੇ ਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵੇਲੇ ਇਹ ਦੱਸਿਆ ਜਾਂਦਾ ਏ ਕਿ ਮੀਣਿਆਂ ਦੀ ਸੰਗਤ ਨਹੀਂ ਕਰਨੀ। ਸਦੀਵੀ ਕਾਲੀ ਬੇਸ਼ੱਕ ਗੁਰੂ ਕਾ ਸਾਹਿਬਜ਼ਾਦਾ ਸੀ, ਜੇ ਧਰਮ ਤੋਂ ਉਲਟ ਕਰਮ ਕਰਦਾ ਸੀ, ਮਰਜ਼ਾਦਾ ਤੋਂ ਉਲਟ ਗਿਆ, ਤੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹ ਮੀਣਾ ਏ, ਇਹਦੀ ਸੰਗਤ ਨਹੀਂ ਕਰਨੀ ਹੈ। ਉਸ ਤੋਂ ਅੱਗੇ ਆਪਾਂ ਆਈਏ ਬਾਬਾ ਧੀਰਮਲ ਜੀ। ਧੀਰਮਲ ਜੀ ਕੌਣ ਸਨ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੋਤਰੇ, ਸਤਿਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਵੱਡੇ ਸਪੁੱਤਰ ਸਨ। ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਭਰਾਤਾ ਸੀ। ਜਿੱਥੇ ਸਾਨੂੰ ਆਖਿਆ ਗਿਆ ਕਿ ਜਿਹੜੇ ਮੀਣਿਆਂ ਦੀ ਸੰਗਤ ਨਹੀਂ ਕਰਨੀ, ਉੱਥੇ ਇਹ ਵੀ ਆਖਿਆ ਕਿ ਧੀਰ ਮੱਲੀਆਂ ਦੀ ਸੰਗਤ ਵੀ ਨਹੀਂ ਕਰਨੀ ਹੈ, ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਹੈ। ਹੈ ਤਾਂ ਗੁਰੂ ਕਾ ਸਾਹਿਬਜ਼ਾਦਾ ਸੀ ਨਾ, ਸਾਹਿਬਜ਼ਾਦਾ ਗੁਰੂ ਕਾ, ਪਰ ਗੁਰੂ ਪਾਤਸ਼ਾਹ ਨੇ ਦੇਖਿਆ ਮਰਜ਼ਾਦਾ ਤੋਂ ਉਲਟ ਕਰਮ ਕਰ ਰਿਹਾ ਏ, ਇਹਦੇ ਅੰਦਰ ਕਪਟ ਹੈ, ਛਲ ਹੈ, ਤੇ ਪਾਤਸ਼ਾਹ ਨੇ ਆਖ ਦਿੱਤਾ ਕਿ ਨਹੀਂ, ਇਹਨਾਂ ਧੀਰ ਮੱਲੀਆਂ ਦੀ ਸੰਗਤ ਨਹੀਂ ਕਰਨੀ ਹੈ। ਫਿਰ ਅੱਗੇ ਰਾਮ ਰਾਈਏ ਆ ਗਏ ਨੇ। ਉਹ ਵੱਖਰੀ ਗੱਲ ਹੈ ਕਿ ਬਾਬਾ ਰਾਮ ਰਾਏ ਜੀ ਦਾ ਗੁਰੂ ਕਲਗੀਧਰ ਪਾਤਸ਼ਾਹ ਨਾਲ ਮਿਲਾਪ ਵੀ ਹੋਇਆ ਸੀ ਪਾਉਂਟਾ ਸਾਹਿਬ ਦੀ ਧਰਤੀ ਤੇ, ਪਰ ਉਦੋਂ ਸਮਾਂ ਲੰਘ ਚੁੱਕਾ ਸੀ। ਤੇ ਸਤਿਗੁਰੂ ਜੀ ਨੇ ਇਹ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੋਇਆ ਪੰਜ ਪਿਆਰੇ ਸਾਹਿਬਾਨ ਦ੍ਰਿੜ ਕਰਾਉਂਦੇ ਨੇ ਕਿ ਇਹਨਾਂ ਲੋਕਾਂ ਦੀ ਸੰਗਤ ਨਹੀਂ, ਜਿਹੜਾ ਸਿੱਖ ਹੈ, ਸਿੱਖ ਇਹਨਾਂ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਂਝ ਨਹੀਂ ਰੱਖੇਗਾ। ਹੁਣ ਜਨਮ ਹੋਇਆ ਗੁਰੂ ਕੁਲ ਦੇ ਵਿੱਚ, ਪਰ ਗੁਰੂ ਘਰ ਵਿੱਚੋਂ ਸਦੀਵੀ ਕਾਲੀ ਛੇਕ ਦਿੱਤੇ ਗਏ। ਛੇਕੇ ਕਿਉਂ ਨੇ? ਕਿਉਂਕਿ ਮਰਜ਼ਾਦਾ ਤੋਂ ਉਲਟ ਚੱਲੇ ਨੇ। ਹੁਣ ਸਿਰਜਣ ਵਾਲਾ ਕੌਣ ਹੈ? ਹੈ ਤਾਂ ਪਰਮਾਤਮਾ ਦੀ ਖੇਡਾਂ ਨਾ ਸਾਰੀਆਂ, ਚੰਗਿਆਈਆਂ ਬੁਰਿਆਈਆਂ, ਬਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਤੇ ਸਤਿਗੁਰੂ ਮਹਾਰਾਜ ਇੱਥੇ ਬਚਨ ਕਰਦੇ, ਕਹਿੰਦੇ ਉਸ ਮਾਲਕ ਦੀਆਂ ਖੇਡਾਂ ਨੇ ਸਾਰੀਆਂ। ਆਪ ਹੀ ਕਹਿੰਦੇ ਜੀਵਾਂ ਨੂੰ ਸਿਰਜਦਾ, ਤੇ ਆਪ ਹੀ ਜੀਵਾਂ ਨੂੰ ਫਿਰ ਵਡਿਆਈ ਦਿੰਦਾ ਹੈ।
ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਿਲ੍ਹਾ ਲੋਹਗੜ੍ਹ ਨੂੰ ਗੁਰੂ ਸਵਾਰੇ ਸਰ ਕਰਨ ਦੇ ਲਈ ਹਾਥੀ ਛੱਡਿਆ, ਮਸਤ ਹਾਥੀ, ਇਹ ਤਵੀਆਂ ਬੰਨੀਆਂ ਹੋਈਆਂ ਨੇ, ਸੁੰਡ ਵਿੱਚ ਤਲਵਾਰ ਹੈ। ਇਹ ਸੀ ਕਿ ਇਹ ਕਿਲ੍ਹੇ ਦਾ ਦਰਵਾਜ਼ਾ ਤੋੜਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਪਕੜ ਲਵਾਂਗੇ। ਪਰ ਜਦੋਂ ਸਤਿਗੁਰ ਨੇ ਆਖਿਆ, ਸਤਿਗੁਰ ਨੂੰ ਪਤਾ ਲੱਗਿਆ, ਕਹਿਣ ਲੱਗੇ ਪਾਤਸ਼ਾਹ ਜੀ ਜ਼ਾਲਮਾਂ ਨੇ ਹਾਥੀ ਛੱਡ ਦਿੱਤਾ ਹੈ, ਹਾਥੀ ਜਾ ਰਿਹਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਮਣੇ ਦੁਨੀ ਚੰਦ ਆਉਂਦਾ ਸੀ, ਕਹਿਣ ਲੱਗੇ ਉਹ ਦੇਖੋ ਸਾਡਾ ਵੀ ਹਾਥੀ ਜਾ ਰਿਹਾ, ਹਾਥੀ ਨਾਲ ਹਾਥੀ ਮੁਕਾਬਲਾ ਕਰੇਗਾ। ਹੁਣ ਦੁਨੀ ਚੰਦ ਦਾ ਜਿਹੜਾ ਮੋਟਾ ਸਰੀਰ ਸੀ, ਕਾਫੀ ਤਕੜਾ ਸੀ, ਪਰ ਜਦੋਂ ਹਾਥੀ ਦਾ ਨਾਮ ਸੁਣਿਆ ਤੇ ਦੁਨੀ ਚੰਦ ਰਾਤੋਂ ਰਾਤ ਭੱਜ ਗਿਆ ਸੀ, ਬੇਮੁਖ ਹੋ ਗਿਆ ਨਾ। ਗੱਲ ਤਾਂ ਗੁਰੂ ਦੇ ਭਰੋਸੇ ਦੀ ਸੀ ਕਿ ਸਤਿਗੁਰੂ ਜੇ ਤੁਹਾਡੀ ਕਿਰਪਾ ਹੋਵੇ ਨਾ, ਤੁਹਾਡੀ ਕਿਰਪਾ ਦੇ ਨਾਲ ਇੱਕ ਹਾਥੀ ਤਾਂ ਕਿ ਮੈਂ ਹਜ਼ਾਰਾਂ ਹਾਥੀਆਂ ਲੜ ਸਕਦਾ ਸੀ, ਪਰ ਖੇਡ ਸਾਰੀ ਗੁਰੂ ਦੀ ਹੈ। ਤੇ ਦੂਜੇ ਪਾਸੇ ਮਧਰੇ ਕੱਦ ਵਾਲਾ ਭਾਈ ਬਚਿੱਤਰ ਸਿੰਘ, ਸਤਿਗੁਰੂ ਕਹਿਣਗੇ ਇਹ ਹਾਥੀ ਨਾਲ ਮੁਕਾਬਲਾ ਕਰੇਗਾ। ਕੀਤਾ ਵੀ ਮੁਕਾਬਲਾ ਸਤਿਗੁਰ ਥਾਪੜਾ ਲੈ ਕੇ ਤੇ ਹਾਥੀ ਨੂੰ ਵਾਪਸ ਮੋੜਿਆ। ਤੇ ਗੁਰੂ ਸਵਰ ਕਹਿਣ ਦਾ ਭਾਵ ਹੈ ਸਾਰੀਆਂ ਖੇਡਾਂ ਇਹ ਪਰਮਾਤਮਾ ਦੀਆਂ। ਆਪਣੀ ਦੁਨੀ ਚੰਦ ਜੈਸੇ ਜਿਹੜੇ ਸੀ ਉਹ ਵਡਿਆਈ ਤੋਂ ਖਾਲੀ ਰਹਿ ਗਏ। ਜਿਹੜੇ ਭਾਈ ਬਚਿੱਤਰ ਸਿੰਘ ਸਤਿਗੁਰ ਨੂੰ ਭਾਏ ਤੇ ਉਹਨੂੰ ਸਤਿਗੁਰੂ ਜੀ ਨੇ ਮਾਣ ਸਨਮਾਨ ਵਡਿਆਈ ਦੀ ਦਿੱਤੀ ਹੈ। ਆਪ ਹੀ ਸਿਰਜਣ ਵਾਲਾ ਤੇ ਆਪ ਹੀ ਮਾਲਕ ਵਡਿਆਈ ਦੇਣ ਵਾਲਾ ਹੈ। ਆਪੇ ਭਾਣੈ ਦੇਹ ਮਿਲਾਈ, ਤੇ ਆਪ ਹੀ ਜੀਵਾਂ ਨੂੰ ਆਪਣੇ ਭਾਣੇ ਵਿੱਚ, ਹੁਕਮ ਵਿੱਚ, ਰਜਾ 'ਚ ਚਲਾਉਂਦਾ ਹੈ। ਤੇ ਜਿਹੜੇ ਉਹਨੂੰ ਭਾ ਜਾਂਦੇ, ਚੰਗੇ ਲੱਗਦੇ ਨੇ ਨਾ, ਉਹਨਾਂ ਨੂੰ ਫਿਰ ਮਾਲਕ ਨਾਲ ਵਾਹਿਗੁਰੂ ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਮਿਲਾ ਦਿੰਦੇ ਹਨ। ਆਪੇ ਨਦਰ ਕਰੇ ਮਨ ਵਸਿਆ, ਮੇਰਾ ਪ੍ਰਭ ਇਉਂ ਫੁਰਮਾਈ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਦੋਂ ਆਪੇ ਨਦਰ ਕਰੇ ਮਨ ਵਸਿਆ, ਜਦੋਂ ਮਾਲਕ ਵਾਹਿਗੁਰੂ ਆਪ ਨਦਰ ਕਰਦਾ ਨਾ, ਫਿਰ ਉਹਨਾਂ ਜੀਵਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਕਹਿੰਦੇ ਮੇਰੇ ਪ੍ਰਭੂ ਪਰਮਾਤਮਾ ਨੇ ਇਉਂ ਫਰਮਾਈ, ਇਸ ਤਰ੍ਹਾਂ ਇਹ ਫਰਮਾਨ ਕੀਤਾ ਹੈ, ਕਿਉਂਕਿ ਉਹਦੀ ਨਦਰ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਗੁਰੂ ਸਵਾਰਿਓ, ਜਦੋਂ ਉਹਦੀ ਨਦਰ ਹੋਵੇ, ਮਿਹਰ ਹੋਵੇ, ਉਹਦੀ ਮਿਹਰ ਦੇ ਨਾਲ ਜਿਹੜਾ ਇੱਕ ਜੀਵ ਜਿਹੜਾ ਹੈ ਉਹ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਕਰ ਸਕਦਾ ਹੈ। ਜਦੋਂ ਉਹਦੀ ਨਦਰ ਹਟ ਜਾਵੇ ਨਾ, ਫਿਰ ਉਹ ਪਦਵੀਆਂ ਤੋਂ ਥੱਲੇ ਵੀ ਆ ਜਾਂਦਾ ਹੈ। ਵਡਿਆਈ ਦੇਣ ਵਾਲਾ ਵੀ ਆਪ ਹੈ ਤੇ ਵਡਿਆਈ ਖੋਹਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਜਦੋਂ ਮਨੁੱਖ ਨੂੰ ਮਾਣ ਹੁੰਦਾ ਨਾ, ਹੰਕਾਰ, ਕਿ ਮੈਂ ਵੱਡਾ ਹੋ ਗਿਆ ਹਾਂ, ਮੇਰੇ ਜੈਸਾ ਕੋਈ ਨਹੀਂ ਹੈ, ਆਮ ਤੌਰ 'ਤੇ ਮਨੁੱਖ ਦੇ ਅੰਦਰ ਲਾਲਸਾ ਦਿਨੋਂ ਦਿਨ ਵੱਧਦੀ ਜਾਂਦੀ ਹੈ। ਪੂਰਬਲੇ ਕੀਤੇ ਹੋਏ ਕਰਮਾਂ ਕਰਕੇ ਰਾਜ ਭਾਗ ਪ੍ਰਾਪਤ ਹੁੰਦੇ ਨੇ, ਵਡਿਆਈਆਂ ਮਿਲਦੀਆਂ ਹਨ। ਰਾਜਾ ਬਣ ਗਿਆ, ਫਿਰ ਮਹਾਰਾਜਾ ਬਣ ਗਿਆ, ਫਿਰ ਬਾਦਸ਼ਾਹ ਬਣ ਗਿਆ। ਇੱਥੋਂ ਤੱਕ ਕਹਿੰਦੇ ਚੱਕਰਵਰਤੀ ਰਾਜਾ ਕਿਉਂ ਨਾ ਬਣ ਜਾਵੇ, ਪਰ ਜੇ ਪਰਮੇਸ਼ਰ ਦਾ ਡਰ ਭੈ ਮਨ ਦੇ ਵਿੱਚ ਹੈ, ਆਪਣੇ ਸਿੰਘਾਸਣ ਉੱਤੇ ਬੈਠ ਕੇ ਰੱਬ ਨੂੰ ਚੇਤੇ ਕਰਦਾ ਏ, ਪ੍ਰਜਾ ਨਾਲ ਨਿਆਂ ਕਰਦਾ ਏ, ਫਿਰ ਤਾਂ ਉਹਨੂੰ ਗੁਰੂ ਸਰੇ ਮਾਣ ਸਨਮਾਨ ਹੋਰ ਜ਼ਿਆਦਾ ਮਿਲਦਾ ਜਾਂਦਾ ਹੈ। ਪਰ ਜਦੋਂ ਪ੍ਰਜਾ ਨਾਲ ਅਨਿਆਂ ਹੋਣ ਲੱਗ ਪਏ ਨਾ, ਤੇ ਹੌਲੀ ਹੌਲੀ ਫਿਰ ਉਹ ਰਾਜ ਭਾਗ ਖੁੱਸ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਤੇ ਜਦੋਂ ਤੱਕ ਕਹਿਣ ਦਾ, ਜਦੋਂ ਤੱਕ ਮਾਲਕ ਦੀ ਨਦਰ ਹੋਵੇ, ਮਿਹਰ ਹੋਵੇ, ਫਿਰ ਤਾਂ ਗੁਰੂ ਸਵਾਰੇ ਇਹ ਮਾਣ ਸਨਮਾਨ ਹੈ। ਜਦੋਂ ਮਾਲਕ ਦੀ ਨਜ਼ਰ ਨਾ ਹੋਵੇ, ਫਿਰ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਸ਼ਾਹਜਹਾਂ ਦਾ ਆਪ ਜੀ ਸਾਰੇ ਜੀਵਨ ਜਾਣਦੇ ਹੋ, ਕਿ ਜਿੱਥੇ ਇੱਕ ਪਾਸੇ ਰਾਜ ਭਾਗ ਦਾ ਮਾਲਕ ਸੀ, ਚੜ੍ਹ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ, ਆਪਣੀ ਸੈਨਾ ਭੇਜੀ ਹੈ, 4 ਵਾਰੀ ਜੰਗ ਹੋਇਆ, ਚਾਰੇ ਜੰਗਾਂ ਜਿੱਤ ਪ੍ਰਾਪਤ ਹੋਈ। ਮਾਣ ਸੀ ਆਪਣੇ ਰਾਜ ਭਾਗ ਦਾ,
ਸਤਿਗੁਰ ਦੀ ਬਾਣੀ ਪੜ੍ਹੀ। ਇਹ ਪੰਗਤੀ ਪੜ੍ਹ ਸੁਣੀ ਸੀ ਕਿ ਕਿਸੇ ਸਿੱਖ ਪਾਸੋਂ ਕਿ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ। ਜਦੋਂ ਇਹ ਪੰਗਤੀ ਸੁਣੀ ਕਹਿੰਦਾ ਇੰਜ ਕਿਵੇਂ ਹੋ ਸਕਦਾ? ਕਦੇ ਇਹ ਵੀ ਹੋ ਸਕਦਾ ਹੈ ਇੱਕ ਬਾਦਸ਼ਾਹ ਹੋਵੇ, ਰਾਜਾ ਹੋਵੇ, ਉਹ ਘਾਹ ਚਰਦਾ ਹੋਵੇ ਤੇ ਸਿੱਖ ਕਹਿਣ ਲੱਗਿਆ ਕਿ ਬਾਦਸ਼ਾਹ ਮੇਰੇ ਗੁਰੂ ਦੀ ਬਾਣੀ ਹੈ, ਗੁਰੂ ਦੀ ਬਾਣੀ ਉੱਤੇ ਸ਼ੰਕਾ ਨਾ ਕਰ, ਗੁਰਬਾਣੀ ਵਿੱਚ ਜੋ ਲਿਖਿਆ ਬਿਲਕੁਲ ਸੱਚ ਹੈ, ਸਮਾਂ ਆਉਣ ਤੇ ਤੈਨੂੰ ਵੀ ਪਤਾ ਲੱਗ ਜਾਵੇਗਾ। ਸਮਾਂ ਜਦੋਂ ਆਇਆ ਨਾ, ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਭਰਾਵਾਂ ਦਾ ਕਤਲ ਕਰ ਦਿੱਤਾ, ਪਿਤਾ ਨੂੰ ਕੈਦੀ ਬਣਾ ਲਿਆ, ਮਸ਼ਕਾਂ ਬੰਨ੍ਹ ਦਿੱਤੀਆਂ, ਸਿਪਾਹੀਆਂ ਨੂੰ ਹੁਕਮ ਕਰਦਾ ਕੁਝ ਖਾਣ ਲਈ ਕੁਝ ਪੀਣ ਲਈ ਨਹੀਂ ਦੇਣਾ। ਆਗਰੇ ਲੈ ਕੇ ਜਾ ਰਹੇ ਸਨ, ਜਦੋਂ ਰਸਤੇ ਵਿੱਚ ਲਿਜਾ ਰਹੇ ਨੇ, ਸਾਹਮਣੇ ਗੁਰੂ ਸਵਾਰਿਓ ਛੋਲਿਆਂ ਦਾ ਖੇਤ ਦੇਖਣਾ ਕੀਤਾ। ਸ਼ਾਹਜਹਾਂ ਬਾਦਸ਼ਾਹ ਉਸ ਸਮੇਂ ਸਿਪਾਹੀਆਂ ਨੂੰ ਆਖਣ ਲੱਗਿਆ ਕਿ ਹੇ ਸਿਪਾਹੀਓ, ਮੇਰਾ ਮਨ ਕਰਦਾ ਇਹ ਛੋਲੀਆ ਖਾਣ ਦੇ ਲਈ, ਤੁਸੀਂ ਮੈਨੂੰ ਮੇਰੇ ਹੱਥ ਖੋਲ੍ਹਣਾ ਕਰੋ। ਸਿਪਾਹੀ ਕਹਿਣ ਲੱਗੇ ਕਿ ਬਾਦਸ਼ਾਹ, ਕੁਝ ਸਮਾਂ ਪਹਿਲੇ, ਕੁਝ ਦਿਨ ਪਹਿਲਾਂ ਤੂੰ ਬਾਦਸ਼ਾਹ ਸੀ, ਤੈਨੂੰ ਆਪਾਂ ਸਜਦਾ ਕਰਦੇ ਸੀ ਤੇ ਗੱਦੀ ਉਹੀ ਹੈ, ਸਿੰਘਾਸਣ ਉਹੀ ਹੈ, ਉਹਦੇ 'ਤੇ ਬੈਠਣ ਵਾਲਾ ਚਿਹਰਾ ਜਿਹੜਾ ਕੋਈ ਹੋਰ ਆ ਗਿਆ ਏ। ਹੁਣ ਸਾਡਾ ਬਾਦਸ਼ਾਹ ਉਹ ਹੈ, ਅਸੀਂ ਉਹਨੂੰ ਸਜਦਾ ਕਰਦੇ ਹਾਂ, ਅਸੀਂ ਆਪਣੇ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਦੇ ਹਾਂ। ਤੇ ਬਾਦਸ਼ਾਹ ਦਾ ਹੁਕਮ ਹੈ ਕਿ ਮਸ਼ਕਾਂ ਨਹੀਂ ਖੋਲ੍ਹਣੀਆਂ ਤੇਰੀਆਂ, ਤੈਨੂੰ ਪਾਣੀ ਨਹੀਂ ਦੇਣਾ, ਤੈਨੂੰ ਰੋਟੀ ਨਹੀਂ ਦੇਣੀ ਹੈ। ਚੱਲ ਫਿਰ ਵੀ ਤੂੰ ਸਾਡਾ ਬਾਦਸ਼ਾਹ ਰਿਹਾ ਏ, ਅਸੀਂ ਤੈਨੂੰ ਇਸ ਖੇਤ 'ਚ ਛੱਡਦੇ ਹਾਂ ਤੇ ਆਪਣੇ ਮੁੱਖ ਨਾਲ ਜਿੰਨਾ ਛੋਲੀਆ ਖਾ ਸਕਦਾ ਤੂੰ ਖਾਣਾ ਕਰ। ਇਤਿਹਾਸ ਦੱਸਦਾ, ਕਹਿੰਦੇ ਜਦੋਂ ਸ਼ਾਹਜਹਾਂ ਬਾਦਸ਼ਾਹ ਉਸ ਛੋਲੀਏ ਦੇ ਖੇਤ ਵਿੱਚ ਅੰਦਰ ਗਿਆ, ਮੁੱਖ ਦੇ ਜੇ ਜਾਨਵਰ ਪਸ਼ੂ ਚੁਗਦੇ ਨਾ, ਇਹ ਚੁਗਣ ਲੱਗੇ ਆ, ਜਦੋਂ ਮੁੱਖ ਦੇ ਵਿੱਚ ਉਹ ਛੋਲੀਆ ਪਾਇਆ ਤੇ ਉਸੇ ਸਮੇਂ ਯਾਦ ਆ ਗਏ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ। ਉਹ ਪੰਗਤੀ ਜਿਹੜੀ ਕੰਨਾਂ ਵਿੱਚ ਗੂੰਜਣ ਲੱਗ ਪਈ, ਸੁਲਤਾਨਾ ਘਾਹੁ ਕਰਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ, ਤੇ ਭੁੱਬਾ ਮਾਰ ਕੇ ਰੋਣ ਲੱਗ ਪਿਆ। ਤੇ ਮਨ ਕਹਿੰਦਾ ਜੇ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਉੱਤੇ ਸ਼ੰਕਾ ਨਹੀਂ ਕਰਦਾ, ਸ਼ਾਇਦ ਅੱਜ ਇਹ ਸਮਾਂ ਮੇਰੇ ਉੱਤੇ ਨਹੀਂ ਆਉਣਾ ਸੀ। ਆਪਾਂ ਵੀ ਆਪਣੇ ਮਨਾਂ ਵੱਲ ਝਾਤੀਆਂ ਮਾਰ ਲਈਏ, ਕਈ ਵਾਰੀ ਆਪਾਂ ਵੀ ਗੁਰਬਾਣੀ ਉੱਤੇ ਸ਼ੰਕਾ ਕਰਨ ਲੱਗ ਪੈਂਦੇ ਆ, ਗੁਰ ਇਤਿਹਾਸ ਉੱਤੇ ਕਿੰਤੂ ਪ੍ਰੰਤੂ ਕਰਦੇ ਆ। ਜਿਹੜਾ ਗੁਰ ਇਤਿਹਾਸ ਗੁਰਮਤਿ ਦੇ ਅਨੁਕੂਲ ਹੈ, ਉਸ ਇਤਿਹਾਸ ਨੂੰ ਆਪਾਂ ਪੜ੍ਹੀਏ, ਵਿਚਾਰੀਏ। ਜੋ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਆਪਾਂ ਬਤੀਤ ਕਰੀਏ, ਕਦੇ ਵੀ ਸ਼ੰਕਾ ਨਹੀਂ ਕਰਨੀ। ਜੇ ਤੁਹਾਨੂੰ ਕੋਈ ਸਵਾਲ ਕਰ ਦੇਵੇ ਨਾ, ਤੁਸੀਂ ਕਹਿਣਾ ਕਿ ਗੁਰਬਾਣੀ ਦੇ ਵਿੱਚੋਂ ਉਦਾਹਰਨ ਦੇ ਕੇ ਸਮਝਾਓ, ਦੇਖੋ ਗੁਰਬਾਣੀ ਕਹਿ ਰਹੀ ਹੈ। ਕਿਸੇ ਨੂੰ ਆਪਾਂ ਆਖ ਦਈਏ ਕਿ ਮੜੀਆਂ ਉੱਤੇ ਮੱਥਾ ਨਹੀਂ ਜਾ ਕੇ ਟੇਕਣਾ, ਉੱਥੇ ਦੀਵੇ ਨਹੀਂ ਜਗਾਉਣੇ ਹਨ, ਧਾਗੇ ਤਵੀਤਾਂ ਉੱਤੇ ਵਿਸ਼ਵਾਸ ਨਹੀਂ ਕਰਨਾ, ਤੇ ਅੱਗੋਂ ਕਹਿੰਦੇ ਤੁਸੀਂ ਤਾਂ ਇਹੀ ਕੰਮ ਕਰਦੇ ਹੋ, ਕਥਾ ਵਿੱਚ ਇਹੀ ਬੋਲੀ ਜਾ ਰਹੇ ਹੋ। ਇਹ ਸਾਡੇ ਬੋਲ ਨਹੀਂ ਹਨ, ਬੋਲ ਨੇ ਗੁਰੂ ਨਾਨਕ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੇ ਜਾਮੇ 'ਚ ਆਖਿਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਖੰਡਨ ਕੀਤਾ। ਇਸ ਕਰਕੇ ਸਤਿਗੁਰੂ ਨੇ ਸਿੱਖ ਨੂੰ ਇੱਕ ਅਕਾਲ ਪੁਰਖ ਦਾ ਉਪਾਸ਼ਕ ਬਣਾਉਣਾ ਕੀਤਾ ਹੈ। ਇੱਕ ਅਕਾਲ ਪੁਰਖ ਦੀ ਸਿੱਖ ਨੇ ਆਰਾਧਨਾ ਕਰਨੀ ਹੈ, ਅਕਾਲ ਪੁਰਖ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ, ਬਾਣੀ ਨੂੰ ਪੜ੍ਹਨਾ ਤੇ ਬਾਣੀ ਉੱਤੇ ਪੂਰਨ ਵਿਸ਼ਵਾਸ ਰੱਖਣਾ, ਨਿਸ਼ਚਾ ਰੱਖਣਾ ਹੈ ਕਿ ਸਾਡੇ ਗੁਰੂ ਪਾਤਸ਼ਾਹ ਦੇ ਇਹ ਹੁਕਮ ਹੈ, ਅਸੀਂ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਤੇ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਜਦੋਂ ਆਪੇ ਨਦਰ ਕਰੇ ਮਨ ਵਸਿਆ, ਜੋ ਮਾਲਕ ਵਾਹਿਗੁਰੂ ਆਪ ਨਦਰ ਕਰਦਾ ਨਾ, ਫਿਰ ਉਹ ਮਾਲਕ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਮੇਰਾ ਪ੍ਰਭ ਇਉਂ ਫਰਮਾਈ ਹੈ, ਇਸ ਤਰ੍ਹਾਂ ਮੇਰੇ ਪ੍ਰਭੂ ਪਰਮਾਤਮਾ ਨੇ ਇਸ ਤਰ੍ਹਾਂ ਇਹ ਫਰਮਾਨ ਕੀਤਾ ਹੈ, ਹੁਕਮ ਕੀਤਾ ਹੈ। ਇਹ ਗੁਰੂ ਸਵਾਰੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ